30 ਸੈਕਿੰਡ 'ਚ ਖਬਰ ਡਾਊਨਲੋਡ ਕਰੋ ਤੱਕ ਐਪ ਲਿੰਕ ਡਿਸਕ੍ਰਿਪਸ਼ਨ 'ਚ। ਇਹ ਵੱਡੀਆਂ ਗੱਲਾਂ ਸੀਗੀਆਂ ਜਿਹੜੀਆਂ ਕਿਸਾਨ ਅੰਦੋਲਨ ਨੂੰ ਸੰਯੁਕਤ ਮੋਰਚੇ ਨੂੰ ਹੱਥ ਲੈ ਕੇ ਇਹ 'ਤੇ ਸੰਘਰਸ਼ ਕਰਨਾ ਚਾਹੀਦਾ ਸੀ, ਪਰ ਸਾਥੀਆਂ ਨੂੰ ਇਹ ਲੱਗਿਆ ਵੀ ਸ਼ਾਇਦ ਅਸੀਂ ਇੱਧਰ ਦੀ ਹੋ ਕੇ ਕੋਈ ਫਾਇਦਾ ਕਰ ਸਕਦੇ ਹਾਂ। ਇਹ ਉਹਨਾਂ ਦੀ ਮਰਜ਼ੀ ਹੈ, ਪਰ ਸਾਡੀ ਜਥੇਬੰਦੀ ਉਸ ਆਪਣੇ ਸਟੈਂਡ 'ਤੇ ਜਿਹੜੇ ਅਸੀਂ ਸਟੈਂਡ ਲੈ ਕੇ ਚੱਲੇ ਹਾਂ ਉੱਥੇ ਉਵੇਂ ਖੜ੍ਹੇ ਹਾਂ। ਅਸੀਂ ਇਲੈਕਸ਼ਨ ਵਿੱਚ ਨਹੀਂ ਲੜਾਂਗੇ। ਸਰਕਾਰ ਬਦਲੂਗੀ ਨਾ, ਸਿਸਟਮ ਤਾਂ ਨਹੀਂ ਬਦਲਦਾ, ਸਾਰਾ ਸਿਸਟਮ ਤਾਂ ਉਹੀ ਹੈ। ਸਿਰਫ ਕੱਪੜੇ ਬਦਲਣ ਨਾਲ ਤਾਂ ਕੋਈ ਗੱਲ ਨਹੀਂ ਬਣ ਜਾਂਦੀ, ਸਾਰੀ ਬਾਡੀ ਤਾਂ ਉਹੀ ਹੈ। ਕਿਹੜੀ ਸਰਕਾਰ ਨੇ ਕਿਹਾ ਵੀ ਅਸੀਂ ਕਿਸਾਨਾਂ ਦੀ ਸਰਕਾਰ ਨੇ? ਬਾਦਲ ਕਹਿੰਦਾ ਹੁੰਦਾ ਸੀ ਵੀ ਮੈਂ ਕਿਸਾਨਾਂ ਦੀ ਸਰਕਾਰ ਹਾਂ, ਕੱਖ ਨਹੀਂ ਹੋਇਆ। ਅਮਰਿੰਦਰ ਕਹਿੰਦਾ ਮੈਂ ਕਿਸਾਨਾਂ ਦਾ ਪੁੱਤਾਂ, ਮੇਰਾ ਪਿੰਡ ਮਹਾਰਾਜ ਹੈ, ਇਹ ਤੋਂ ਕੱਖ ਨਹੀਂ ਹੋਇਆ। ਕੈਰੋਂ ਕਹਿੰਦਾ ਹੁੰਦਾ ਮੈਂ ਕਿਸਾਨਾਂ ਦਾ ਪ੍ਰਧਾਨ ਹਾਂ। ਅੱਜ ਨਹੀਂ ਨਿੱਜੀਕਰਨ ਦੀ ਨੀਤੀ ਹੈ, ਉਹਨੇ ਦੱਸੋ ਕਿਤੇ ਮੋੜੀ ਹੈ? ਉਹਦੇ ਰਾਜ ਦੇ ਵਿੱਚ ਕਿੰਨੇ ਸਕੂਲ ਨਿੱਜੀਕਰਨ ਹੋਏ ਨੇ, ਜਬਰੀ ਜ਼ਮੀਨਾਂ ਕੈਰ ਕਰਨ ਦੀ ਨੀਤੀ। ਪਾਵਰ ਪਲਾਂਟ ਆ ਦੇਖੋ ਬਠਿੰਡੇ ਦੇ ਵਿੱਚ ਜਿਹੜੀ ਗੋਬਿੰਦਪੁਰਾ ਦੇ ਵਿੱਚ ਲਾਇਆ ਸੀ, ਤੁਹਾਨੂੰ ਆਟਾ ਦਾਲ ਸਕੀਮਾਂ ਫਰੀ ਦਿੱਤੀ, ਤੁਹਾਡੀ ਬਿਜਲੀ ਮੋਟਰਾਂ ਦੇ ਬਿੱਲ ਮਾਫ ਕਰਤੇ, ਫਲਾਣਾ ਕਰਤੇ। ਇਹ ਤਾਂ ਛੋਟੀਆਂ ਛੋਟੀਆਂ ਮੱਲਮ ਪੱਟੀਆਂ ਨੇ, ਜਿਹੜੀ ਵੱਡੀ ਬਿਮਾਰੀ ਆ ਉਹ ਹੱਲ ਕਰਤੀ। ਉਹਨਾਂ ਦੀ ਪਾਰਟੀ ਬਣੇ, ਪਾਰਟੀ ਜਿੱਤੇ, ਪਾਰਟੀ ਵੋਟਾਂ ਮੁੱਖ ਮੰਤਰੀ ਬਣੇ, ਕਿਸਾਨਾਂ ਦਾ ਬਣ ਜੇ। ਇਹ ਸਮਾਜ ਸੰਯੁਕਤ ਸਮਾਜ ਮੋਰਚੇ ਦੀ ਸਰਕਾਰ ਬਣੇ, ਉਹਨਾਂ ਦਾ ਮੁੱਖ ਮੰਤਰੀ ਰਾਜੇਵਾਲ ਸਾਹਿਬ ਬਣ ਜੇ, ਕੋਈ ਹੋਰ ਬਣ ਜੇ, ਉਰਦੂ ਮਾਨਸਾ ਨੂੰ ਬਣਾ ਦਿਓ, ਤੁਸੀਂ ਜਿਹਨੂੰ ਮਰਜ਼ੀ ਪ੍ਰਧਾਨ ਮੁੱਖ ਮੰਤਰੀ ਬਣਾ ਦਿਓ, ਸਾਨੂੰ ਨਹੀਂ ਕੋਈ ਇਤਰਾਜ਼। ਪਰ ਉਹਨਾਂ ਨੇ ਜਿਵੇਂ ਇਹਨਾਂ ਨੇ ਤੇ ਛਿੱਤਰ ਪੈਂਦੇ ਨੇ ਦੂਜੀ ਕਾਂਗਰਸ ਦੇ ਅਕਾਲੀਆਂ ਦੇ, ਉਹ ਡਾਂਗਾ ਮਾਰਨਗੇ, ਡਾਂਗਾ ਵੀ ਖਾਵਾਂਗੇ, ਸਾਰਾ ਕੁਛ ਚੱਲਾਂਗੇ। ਉਹ ਗੱਲਬਾਤ ਤੇ ਸੱਦਣਗੇ, ਗੱਲਬਾਤ 'ਚ ਜਾਵਾਂਗੇ। ਮੁੱਖ ਮੰਤਰੀ ਸਾਹਿਬ ਕਹਿ ਕੇ ਬੁਲਾਇਆ ਕਰਾਂਗੇ, ਰਾਜੇਵਾਲ ਸਾਹਿਬ ਥੋੜ੍ਹਾ ਕਹਾਂਗੇ ਅਸੀਂ ਉਦੋਂ। ਮੁੱਖ ਮੰਤਰੀ ਨੂੰ ਮੁੱਖ ਮੰਤਰੀ ਮੰਨਾਂਗੇ। ਪੰਜਾਬ ਦੇ ਵਿੱਚ 2022 ਦੇ ਇਲੈਕਸ਼ਨ ਨੂੰ ਲੈ ਕੇ ਹਰ ਪਾਰਟੀ ਪੱਬਾਂ ਪਾਰ ਹੋ ਚੁੱਕੀ ਆ, ਪਰ ਹੁਣ ਇਸ ਲੜਾਈ ਦੇ ਵਿੱਚ ਕਿਸਾਨ ਵੀ ਉਤਰ ਆਏ ਨੇ। ਕਈ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਹੁਣ ਚੋਣਾਂ ਲੜਨਗੀਆਂ। ਕਹਿ ਰਹੀਆਂ ਨੇ ਕਿ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਦੇ ਉੱਪਰ ਚੋਣਾਂ ਲੜਨਗੀਆਂ, ਪਰ ਹਜੇ ਵੀ ਕਿਸਾਨਾਂ ਦੇ ਮੁੱਦੇ ਜਿਉਂਦੇ ਤਿਉਂ ਨੇ। ਖੇਤੀ ਕਾਨੂੰਨ ਵਾਪਸ ਹੋਏ ਨੇ, ਪਰ ਦੂਸਰੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਹਜੇ ਵੀ ਕਈ ਕਿਸਾਨ ਜਥੇਬੰਦੀਆਂ ਸਰਕਾਰ ਦੇ ਖਿਲਾਫ ਧਰਨੇ ਦੇ ਉੱਪਰ ਬੈਠੀਆਂ ਨੇ। ਕਦੇ ਪੰਜਾਬ ਸਰਕਾਰ ਦੇ ਖਿਲਾਫ ਧਰਨੇ ਦੇਣੇ ਪੈਂਦੇ ਨੇ, ਕਦੇ ਸੈਂਟਰ ਦੇ ਖਿਲਾਫ ਦੇਣੇ ਪੈਂਦੇ ਨੇ। ਕਿ ਆਖਿਰਕਾਰ ਅਗਰ ਕਿਸਾਨ ਇਲੈਕਸ਼ਨ ਲੜ ਲੈਂਦੇ ਨੇ ਚੋਣਾਂ ਦੇ ਵਿੱਚ, ਜਾਂ ਉਹਨਾਂ ਨੂੰ ਬਹੁਮਤ ਵੀ ਮਿਲ ਜਾਂਦਾ, ਜਾਂ ਸਰਕਾਰ ਵੀ ਬਣ ਜਾਂਦੀ ਆ, ਕਿ ਆਮ ਲੋਕਾਂ ਦੀਆਂ, ਆਮ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ, ਜਿਹੜੀਆਂ ਉਹ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰਕੇ ਉਠਾਉਂਦੇ ਆਏ ਨੇ। ਇੱਕ ਜਥੇਬੰਦੀ ਆ ਜਿਹੜੀ ਕਿ ਇਹਨਾਂ ਚੋਣਾਂ ਦਾ ਮੁੱਢ ਤੋਂ ਹੀ ਕਹਿ ਸਕਦੇ ਹਾਂ, ਸ਼ੁਰੂਆਤੀ ਦੌਰ ਤੋਂ ਹੀ ਜਿਹੜਾ ਕਿਨਾਰਾ ਕਰਦੀ ਆਈ ਆ। ਉਹਨਾਂ ਦਾ ਕਹਿਣਾ ਕਿ ਸਾਡਾ ਚੋਣ ਲੜਨਾ ਮਕਸਦ ਨਹੀਂ ਹੈਗਾ, ਸਿਰਫ ਸਾਡੀ ਜਿਹੜੀ ਜਥੇਬੰਦੀ ਦਾ ਜਿਹੜਾ ਇਹ ਕੰਮ ਹੈ ਕਿ ਮਜ਼ਦੂਰਾਂ ਦੀਆਂ, ਕਿਸਾਨਾਂ ਦੀਆਂ, ਆਮ ਲੋਕਾਂ ਦੀਆਂ ਮੁਸ਼ਕਲਾਂ ਸਰਕਾਰ ਦੇ ਕੋਲ ਜਾ ਕੇ ਹੱਲ ਕਰਵਾਉਣਾ। ਮੈਂ ਗੱਲ ਕਰ ਰਿਹਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ। ਉਗਰਾਹਾਂ ਜਥੇਬੰਦੀ ਬਾਰੇ ਥੋੜ੍ਹਾ ਦੱਸ ਦੇਵਾਂ ਕਿ ਉਹ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਆ, ਬਲਕਿ ਜੇ ਹੁਣ ਮੈਂ ਕਹਿ ਲਵਾਂ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਉਹ ਦੇਸ਼ ਦੀ ਵੀ ਵੱਡੀ ਜਥੇਬੰਦੀ ਬਣ ਚੁੱਕੀ ਹੈ, ਕਿਉਂਕਿ ਹੁਣ ਉਹਨਾਂ ਦਾ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉੱਤਰਾਖੰਡ ਦੇ ਵਿੱਚ ਜਿਹੜਾ ਵਿਸਤਾਰ ਹੋਇਆ ਗਾ। ਪਰ ਇਸ ਜਥੇਬੰਦੀ ਦੇ ਪ੍ਰਧਾਨ ਨੇ ਜੋਗਿੰਦਰ ਸਿੰਘ ਉਗਰਾਹਾਂ, ਉਹ ਸਾਡੇ ਨਾਲ ਨੇ, ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ। ਪ੍ਰਧਾਨ ਜੀ, ਸਭ ਤੋਂ ਪਹਿਲਾਂ ਤਾਂ ਪੰਜਾਬ ਤੱਕ 'ਚ ਤੁਹਾਡਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਪ੍ਰਧਾਨ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਰਿਐਕਸ਼ਨ ਲੈਣਾ ਚਾਹੁੰਦਾ ਕਿ ਕਿਸਾਨ ਹੁਣ ਪਾਰਟੀ ਬਣਾ ਕੇ, ਇੱਕ ਧਿਰ ਬਣਾ ਕੇ ਇਸ ਚੋਣ ਮੈਦਾਨ ਦੇ ਵਿੱਚ ਕੁੱਦਣ ਲੱਗੇ ਨੇ, ਕਿਵੇਂ ਦੇਖਦੇ? ਦੇਖੋ, ਕਿਸੇ ਵੀ ਜਥੇਬੰਦੀ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈ, ਉਹ ਲੜ ਸਕਦੀ ਹੈ, ਕਿਉਂਕਿ ਉਹਨਾਂ ਦਾ ਆਪਦਾ ਵੱਖਰਾ ਸੰਵਿਧਾਨ ਹੈ, ਵੱਖਰਾ ਵਿਧਾਨ ਬਣਿਆ ਹੋਇਆ ਉਹਨਾਂ ਦਾ। ਕੋਈ ਇਲੈਕਸ਼ਨ ਲੜਨਾ ਕਿ ਨਾ ਲੜਨਾ ਜਥੇਬੰਦੀ ਆਪਣੀ ਮਰਜ਼ੀ ਹੈ। ਅਤੇ ਅਸੀਂ ਤਾਂ ਇਸ ਨੂੰ ਇਹ ਸਮਝਦੇ ਹਾਂ ਵੀ ਕਿਉਂਕਿ ਕਿਸਾਨ ਅੰਦੋਲਨ ਜਿੰਨਾ ਸਿਖਰ 'ਤੇ ਪਹੁੰਚ ਗਿਆ ਸੀ, ਸੰਯੁਕਤ ਮੋਰਚੇ ਦੀ ਭੱਲ ਬਣ ਗਈ ਸੀ ਲੋਕਾਂ 'ਚ। ਉਸ ਵੇਲੇ ਜਿਹੜੀਆਂ ਹਾਲਤਾਂ ਮੰਗ ਇਹ ਕਰਦੀਆਂ ਸੀ ਵੀ ਇਹ ਸੰਯੁਕਤ ਮੋਰਚਾ ਕਿਸਾਨੀ ਹਿੱਤਾਂ ਦੀ ਰਾਖੀ ਵਾਸਤੇ ਹੋਰ ਅੱਗੇ ਆਵੇ, ਅਤੇ ਜਿਹੜੀਆਂ ਮੰਗਾਂ ਰਹਿ ਗਈਆਂ, ਚਾਹੇ ਉਹ ਕੇਂਦਰ ਨਾਲ ਜੁੜੀਆਂ ਹੋਈਆਂ ਨੇ, ਚਾਹੇ ਪੰਜਾਬ ਸਰਕਾਰ ਨਾਲ ਜੁੜੀਆਂ ਨੇ, ਉਹਨਾਂ 'ਤੇ ਅੱਗੇ ਸੰਘਰਸ਼ ਕਰਕੇ ਸਰਕਾਰ ਨੂੰ ਮਜਬੂਰ ਕਰਕੇ ਉਹ ਮਨਵਾਵੇ। ਜਿਵੇਂ ਕਰਜ਼ਾ ਖਤਮ ਕਰਾਉਣਾ, ਸਾਰਾ ਕਰਜ਼ਾ ਕਿਸਾਨੀ ਦਾ ਖਤਮ ਕਰਾਉਣਾ, ਬੇਰੁਜ਼ਗਾਰੀ ਦੂਰ ਕਰਨੀ, ਨਸ਼ਿਆਂ ਦਾ ਖਾਤਮਾ ਕਰਨਾ ਪੰਜਾਬ 'ਚੋਂ, ਪੰਜਾਬ ਨੂੰ ਉਸ ਪੰਜਾਬ ਵਰਗਾ ਵਾਤਾਵਰਨ ਸ਼ੁੱਧ ਕਰਾਉਣ ਦੀ ਗੱਲ ਕਰਨੀ। ਇਹ ਵੱਡੀਆਂ ਗੱਲਾਂ ਜਿਹੜੀਆਂ ਪਈਆਂ ਸੀਗੀਆਂ, ਜਿਹੜੀਆਂ ਹਾਕਮ ਜਿੱਧਰ ਕਰ ਨਹੀਂ ਰਹੇ। ਜਿਹੜੀ ਕਾਰਪੋਰੇਟ ਦਾ ਦਾਖਲਾ ਕੇ ਨਿੱਜੀਕਰਨ ਦੀ ਨੀਤੀ ਹੋ ਰਹੀ ਹੈ, ਇਹਨੂੰ ਹਟਾਉਣਾ, ਰੋਕਣਾ, ਇਹ ਵੱਡੀਆਂ ਗੱਲਾਂ ਸੀਗੀਆਂ ਜਿਹੜੀਆਂ ਕਿਸਾਨ ਅੰਦੋਲਨ ਨੂੰ ਸੰਯੁਕਤ ਮੋਰਚੇ ਨੂੰ ਹੱਥ ਲੈ ਕੇ ਇਹ 'ਤੇ ਸੰਘਰਸ਼ ਕਰਨਾ ਚਾਹੀਦਾ ਸੀ। ਪਰ ਸਾਥੀਆਂ ਨੂੰ ਇਹ ਲੱਗਿਆ ਵੀ ਸ਼ਾਇਦ ਅਸੀਂ ਇੱਧਰ ਦੀ ਹੋ ਕੇ ਕੋਈ ਫਾਇਦਾ ਕਰ ਸਕਦੇ ਹਾਂ। ਇਹ ਉਹਨਾਂ ਦੀ ਮਰਜ਼ੀ ਹੈ, ਪਰ ਸਾਡੀ ਜਥੇਬੰਦੀ ਉਸ ਆਪਣੇ ਸਟੈਂਡ 'ਤੇ ਜਿਹੜੇ ਅਸੀਂ ਸਟੈਂਡ ਲੈ ਕੇ ਚੱਲੇ ਹਾਂ ਉੱਥੇ ਉਵੇਂ ਖੜ੍ਹੇ ਹਾਂ। ਅਸੀਂ ਇਲੈਕਸ਼ਨ ਵਿੱਚ ਨਹੀਂ ਲੜਾਂਗੇ। ਪਰ ਕਿਉਂਕਿ ਤੁਹਾਡੇ ਨਾਲ
ਜ਼ਿਆਦਾਤਰ ਲੋਕ ਨੇ, ਕਿਸਾਨ ਨੇ, ਲੋਕ ਜੁੜੇ ਹੋਏ ਨੇ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ। ਅਗਰ ਤੁਸੀਂ ਇੱਕ ਧਿਰ ਬਣਾ ਕੇ ਉੱਭਰਦੇ ਵੀ ਹੋ, ਅਗਰ ਤੁਸੀਂ ਇਲੈਕਸ਼ਨ ਲੜਦੇ ਵੀ ਹੋ, ਕਿ ਸਰਕਾਰ ਜਦੋਂ ਬਣ ਜਾਂਦੀ ਹੈ ਜਿਹੜੀਆਂ ਇਹੀ ਮੰਗਾਂ ਤੁਸੀਂ ਸਰਕਾਰ ਤੋਂ ਮਨਵਾ ਰਹੇ ਹੋ, ਜਿਵੇਂ ਆਮ ਲੋਕ ਵੀ ਕਹਿ ਰਹੇ ਨੇ, ਦੂਸਰੀ ਜਥੇਬੰਦੀਆਂ ਜਿਹੜੇ ਚੋਣਾਂ ਲੜ ਰਹੀਆਂ ਨੇ ਉਹ ਵੀ ਇਹੀ ਗੱਲ ਕਹਿ ਰਹੀਆਂ ਨੇ ਕਿ ਲੋਕਾਂ ਦਾ ਸਮਾਰਿਆ ਜਾ ਸਕਦਾ, ਕੁਝ ਕੀ ਬਦਲਿਆ ਨਹੀਂ ਜਾ ਸਕਦਾ? ਅਗਰ ਸਾਰੀ ਕਮਾਂਡ ਤੁਹਾਡੇ ਹੱਥ ਦੇ ਵਿੱਚ ਆ ਜਾਏਗੀ, ਤੁਸੀਂ ਹੀ ਸੀਐਮ ਹੋਵੋਗੇ, ਤੁਸੀਂ ਹੀ ਕੈਬਨਿਟ ਮੰਤਰੀ ਹੋਵੋਗੇ, ਤੁਸੀਂ ਹੀ ਖੇਤੀਬਾੜੀ ਮੰਤਰੀ ਹੋਵੋਗੇ, ਤੁਹਾਡੇ ਕਿਸਾਨ ਹੋਣਗੇ, ਤਾਂ ਲੋਕਾਂ ਦੀ ਦਸ਼ਾ ਸੁਧਰੇਗੀ ਨਹੀਂ? ਸਰਕਾਰ ਬਦਲੂਗੀ ਨਾ, ਸਿਸਟਮ ਤਾਂ ਨਹੀਂ ਬਦਲਦਾ। ਸਾਰਾ ਸਿਸਟਮ ਤਾਂ ਉਹੀ ਹੈ, ਸਿਰਫ ਕੱਪੜੇ ਬਦਲਣ ਨਾਲ ਤਾਂ ਕੋਈ ਗੱਲ ਨਹੀਂ ਬਣ ਜਾਂਦੀ, ਸਾਰੀ ਬਾਡੀ ਤਾਂ ਉਹੀ ਹੈ। ਇਸ ਕਰਕੇ ਇਸ ਸਿਸਟਮ ਦੇ ਵਿੱਚ ਸਾਡੀ ਸਮਝੇ ਬਣੀ ਹੋਈ ਹੈ ਵੀ ਇਹ ਸਿਸਟਮ ਦੇ ਵਿੱਚ ਸਰਕਾਰ ਬਣਾ ਕੇ, ਐਮਐਲਏ ਬਣ ਕੇ, ਮਿਨਿਸਟਰ ਬਣ ਕੇ ਸਿਸਟਮ ਤਬਦੀਲ ਨਹੀਂ ਕੀਤਾ ਜਾ ਸਕਦਾ। ਬਹੁਤ ਗੰਦ ਹੈ, ਬੜੀ ਰਿਸਕ ਵਾਲੀ ਗੱਲ ਹੈ। ਜੇ ਕੁਝ ਸਵਾਰਿਆ ਜਾ ਸਕਦਾ, ਸਾਡਾ ਜਿਹੜਾ ਆਪਦਾ ਰਾਹ ਹੈ, ਇਸ ਰਸਤੇ ਨਾਲ, ਸੰਘਰਸ਼ਾਂ ਦੇ ਰਾਹ ਨਾਲ ਹੀ ਸਵਾਰਿਆ ਜਾ ਸਕਦਾ। ਬਾਕੀ ਹਰ ਇੱਕ ਜਥੇਬੰਦੀ ਦੀ ਆਪਦੀ ਆਪਦੀ ਸਮਝ ਹੈ, ਆਪਦੀ ਆਪਦੀ ਪਹੁੰਚ ਹੈ, ਉਹ ਜਿਸ ਤਰ੍ਹਾਂ ਠੀਕ ਸਮਝਦੇ ਨਹੀਂ ਕਰ ਸਕਦਾ। ਪਤਾ ਜੀ, ਇੰਨੀ ਦਾਅਵੇ ਨਾਲ ਤੁਸੀਂ ਕਿੱਦਾਂ ਕਹਿ ਸਕਦੇ ਹੋ? ਕਿਉਂਕਿ ਸੱਤਾ ਦੇ ਵਿੱਚ ਕਈ ਸਰਕਾਰਾਂ ਆਈਆਂ, ਤੁਸੀਂ ਦੇਖਿਆ, ਕਿਉਂਕਿ ਅਕਸਰ ਵੋਟ ਤੁਸੀਂ ਵੀ ਪਾਉਂਦੇ ਹੋਵੋਗੇ, ਤੁਹਾਡੇ ਜਿਹੜੇ ਲੋਕ ਤੁਹਾਡੇ ਨਾਲ ਜੁੜੇ ਨੇ ਕਿਸਾਨ, ਉਹ ਵੀ ਵੋਟ ਪਾਉਂਦੇ ਨੇ। ਤਾਂ ਫਿਰ ਸਰਕਾਰਾਂ ਬਦਲੀਆਂ ਆਈਆਂ, ਅਕਾਲੀ ਦਲ ਆਇਆ, ਕਾਂਗਰਸ ਆਇਆ, ਫਿਰ ਅੱਜ ਹਰਜ ਵੀ ਕੀ ਅਗਰ ਕਿ ਕਿਸਾਨਾਂ ਦੀ ਸਰਕਾਰ ਆ ਜਾਂਦੀ ਹੈ, ਤਾਂ ਤੁਹਾਨੂੰ ਕਿੱਥੇ ਲੱਗਦਾ ਕਿ ਮਤਲਬ ਕਿੱਥੇ ਸਭ ਤੋਂ ਵੱਡੀ ਕਮੀ ਹੈ ਕਿ ਅਗਰ ਅਸੀਂ ਆ ਗਏ ਤਾਂ ਸਾਡੇ ਦੇ ਵਿੱਚ ਇਹ ਫਰਕ ਆ ਜਾਏਗਾ, ਜਾਂ ਫਿਰ ਅਸੀਂ ਵੀ ਇਹਨਾਂ ਵਰਗੇ ਬਣ ਜਾਵਾਂਗੇ, ਜਾਂ ਫਿਰ ਬਦਲਾਅ ਕਰ ਸਕਦੇ ਹਾਂ? ਦੱਸ ਦਿਓ ਵੀ ਕਿਹੜੀ ਸਰਕਾਰ ਨੇ ਕਿਹਾ ਵੀ ਅਸੀਂ ਕਿਸਾਨਾਂ ਦੀ ਸਰਕਾਰ ਨਹੀਂ। ਬਾਦਲ ਕਹਿੰਦਾ ਹੁੰਦਾ ਸੀ ਵੀ ਮੈਂ ਕਿਸਾਨਾਂ ਦੀ ਸਰਕਾਰ ਹਾਂ, ਕੱਖ ਨਹੀਂ ਹੋਇਆ। ਅਮਰਿੰਦਰ ਕਹਿੰਦਾ ਮੈਂ ਕਿਸਾਨਾਂ ਦਾ ਪੁੱਤਾਂ, ਮੇਰਾ ਪਿੰਡ ਮਹਾਰਾਜ ਹੈ, ਇਹ ਤੋਂ ਕੱਖ ਨਹੀਂ ਹੋਇਆ। ਕੈਰੋਂ ਕਹਿੰਦਾ ਹੁੰਦਾ ਮੈਂ ਕਿਸਾਨਾਂ ਦਾ ਪ੍ਰਧਾਨ ਹਾਂ। ਬਾਦਲ ਸਾਹਿਬ ਕਹਿ ਰਹੇ ਨੇ ਕਿ ਜਿੰਨੀਆਂ ਕਿਸਾਨਾਂ ਦੀਆਂ ਗੱਲਾਂ ਕਰੀਆਂ, ਕਿਸਾਨਾਂ ਲਈ ਕੰਮ ਕਰੇ, ਬਿਜਲੀ ਦੇ ਬਿੱਲ ਮਾਫ ਕਰੇ, ਉਹ ਅਸੀਂ ਕਰੇ, ਮੋਟਰਾਂ ਦਾ ਬਿੱਲ ਨਹੀਂ ਆਉਂਦਾ, ਅਨਾਜ ਮੰਡੀਆਂ ਜਿਹੜੀਆਂ ਪੰਜਾਬ ਦੇ ਵਿੱਚ ਬਣ, ਜਿਹਦਾ ਜ਼ਿਕਰ ਵੀ ਹੋ ਰਿਹਾ ਸੀ ਕਿ ਹੁਣ ਮੰਡੀਆਂ ਖੁੱਸ ਜਾਣਗੀਆਂ, ਤਾਂ ਉਹ ਕਹਿ ਰਹੇ ਨੇ ਕਿ ਮੰਡੀਆਂ ਸਭ ਤੋਂ ਵੱਧ ਜਿਹੜਾ ਕਿਸਾਨਾਂ ਲਈ ਤਾਂ ਅਸੀਂ ਕੀਤਾ, ਹੋਰ ਕਿਸੇ ਨੇ ਨਹੀਂ ਕੀਤਾ। 17.5 ਏਕੜ ਦਾ ਕਾਨੂੰਨ ਬਣਾਇਆ ਸੀ, ਲਾਗੂ ਕਰਤਾ, ਜ਼ਮੀਨਾਂ ਦੀ ਥੋੜ੍ਹ ਪੂਰੀ ਕਰਤੀ, ਖੁਦਕੁਸ਼ੀਆਂ ਦਾ ਮਾਮਲਾ ਦੇਤਾ, ਬੇਰੁਜ਼ਗਾਰਾਂ ਨੂੰ ਨੌਕਰੀ ਦੇਤੀ, ਵਾਤਾਵਰਨ ਸੁਧਾਰਤਾ, ਆ ਪਬਲਿਕ ਨਿੱਜੀਕਰਨ ਦੀ ਨੀਤੀ ਦੇ ਮੋੜਾ ਦੇ ਗਿਆ ਬਾਦਲ। ਕਿਤੇ ਕਿਹਾ ਨਹੀਂ, ਕਿਤੇ ਇੱਕ ਬਿਆਨ ਉਹਦਾ 2017 ਤੱਕ ਉਹਨਾਂ ਦੀ ਸਰਕਾਰ ਰਹੀ ਹੈ। ਅੱਜ ਜਿੰਨੀ ਨਿੱਜੀਕਰਨ ਦੀ ਨੀਤੀ ਹੈ, ਉਹਨੇ ਦੱਸੋ ਕਿਤੇ ਮੋੜੀ ਹੈ? ਉਹਦੇ ਰਾਜ ਦੇ ਵਿੱਚ ਕਿੰਨੇ ਸਕੂਲ ਨਿੱਜੀਕਰਨ ਹੋਏ ਨੇ, ਜਬਰੀ ਜ਼ਮੀਨਾਂ ਕੈਰ ਕਰਨ ਦੀ ਨੀਤੀ, ਪਾਵਰ ਪਲਾਂਟ ਆ ਦੇਖੋ ਬਠਿੰਡੇ ਦੇ ਵਿੱਚ ਜਿਹੜੀ ਗੋਬਿੰਦਪੁਰਾ ਦੇ ਵਿੱਚ ਲਾਇਆ ਸੀ, ਉਹਦੇ ਰਾਜ 'ਚ ਕਹਿਰ ਹੋਈ ਹੈ ਜ਼ਮੀਨ, ਲੱਗਿਆ ਪਲਾਂਟ ਉੱਥੇ, ਉਹ ਜ਼ਮੀਨ ਤਾਂ ਵਿਹਲੀ ਪਈ ਹੈ। ਕਿਹੜੀ ਗੱਲ ਹੈ ਜਿਹੜੀ ਮਤਲਬ ਉਹਨੇ ਦੂਜਿਆਂ ਨੂੰ ਵੱਖਰੀ ਕੀਤੀ ਹੈ? ਕੁਛ ਰਿਆਇਤਾਂ ਦੇ ਦਿੰਦੀਆਂ, ਮੈਂ ਤੁਹਾਡੀਆਂ ਗਲੀਆਂ ਨਾਲੀਆਂ ਪੱਕੀਆਂ ਕਰਤੀਆਂ, ਮੈਂ ਤੁਹਾਡੀ ਧਰਮਸ਼ਾਲਾ ਬਣਾਤੀ, ਤੁਹਾਡਾ ਸਕੂਲ ਅਪਗ੍ਰੇਡ ਕਰਤਾ, ਤੁਹਾਨੂੰ ਆਟਾ ਦਾਲ ਸਕੀਮ ਮੈਂ ਫਰੀ ਦਿੱਤੀ, ਤੁਹਾਡੀ ਬਿਜਲੀ ਮੋਟਰਾਂ ਦੇ ਬਿੱਲ ਮਾਫ ਕਰਤੇ, ਫਲਾਣਾ ਕਰਤੇ। ਇਹ ਤਾਂ ਛੋਟੀਆਂ ਛੋਟੀਆਂ ਮੱਲਮ ਪੱਟੀਆਂ ਨੇ। ਜਿਹੜੀ ਵੱਡੀ ਬਿਮਾਰੀ ਆ ਉਹ ਹੱਲ ਕਰਤੀ, ਕਰਜ਼ਾ ਖਤਮ ਹੋਇਆ। APMC ਐਕਟ ਬਣਾ ਕੇ ਗਿਆ ਉਹ 2013, ਉਹਦੇ ਰਾਜ 'ਚ ਬੜਿਆ ਉਹ ਕਿ ਨਿੱਜੀਕਰਨ ਦੀ ਨੀਤੀ ਨੂੰ ਤਾਂ ਸਹਿ ਦਿੰਦਾ ਉਹ। ਆ ਹੁਣ ਦੀ ਸਰਕਾਰ ਨੇ ਰੱਦ ਕੀਤਾ, ਜਿਹਦੇ ਖਿਲਾਫ ਅਸੀਂ ਲੜਾਈ ਲੜ ਕੇ ਹਟਿਆ। ਕੰਟੈਕਟ ਫਾਰਮਿੰਗ ਦਾ ਕਾਨੂੰਨ ਉਹ ਬਣਾ ਕੇ ਗਿਆ। ਕਿਉਂ? ਜਿਹੜੀਆਂ ਨੀਤੀਆਂ ਨੇ ਉਹ ਨੀਤੀਆਂ ਤਾਂ ਉਹਨਾਂ ਵਾਲੀਆਂ ਲਾਗੂ ਕਰਦੇ ਨੇ ਉਹ। ਜੇ ਨੀਤੀਆਂ ਤੇ ਉਹ ਪਹਿਰੇਦਾਰੀ ਉਹਨਾਂ ਨੀਤੀਆਂ ਦੇ ਕਰਨੇ, ਜਿਹੜੇ ਨਵੀਂ ਆਰਥਿਕ ਨੀਤੀਆਂ ਨੇ, ਜਿਹੜੇ ਕਾਰਪੋਰੇਟ ਚਾਹੁੰਦਾ, ਜਿਹੜੀਆਂ ਨੀਤੀਆਂ ਨਾਲ ਕਾਰਪੋਰੇਟ ਦਾ ਮੁਨਾਫਾ ਵੱਧਦਾ, ਉਹ ਨੀਤੀਆਂ ਲਾਗੂ ਕਰਦਾ ਰਿਹਾ ਉਹ। ਕਿਸਾਨਾਂ ਦਾ ਕੀ ਫਾਇਦਾ ਕੀਤਾ ਉਹਨੇ? ਇਹਦਾ ਰੈਤਾਂ ਨੇ ਮਾੜੀਆਂ ਮੋਟੀਆਂ, ਇੱਧਰਲੀ ਜੇਬ ਦੇ ਵਿੱਚ 10 ਰੁਪਏ ਪਾ ਕੇ 50 ਕੱਢ ਲਏ, ਇਹ ਕੋਈ ਗੱਲ ਹੋਈ? ਇਸ ਕਰਕੇ ਕੋਈ ਬੁਨਿਆਦੀ ਤੌਰ 'ਤੇ ਕੋਈ ਸਰਕਾਰ ਜਿਹੜੀ ਬਣਦੀ ਨੇ, ਹੁਣ ਤੱਕ ਬਣੀ ਨੇ ਸਰਕਾਰ, ਕਿਸਾਨਾਂ ਦੇ ਪੱਖ ਦੀ ਸਰਕਾਰ ਤਾਂ ਕੋਈ ਵੀ ਨਹੀਂ ਬਣੀ। ਕਿਸਾਨਾਂ ਦੇ ਪੱਖ 'ਚ ਫੈਸਲਾ ਕੋਈ ਵੀ ਨਹੀਂ ਹੋਇਆ। ਇਹ ਕੋਈ, ਇਹ ਤਾਂ ਰਹਿਤ ਹੈ ਮਾੜੀ ਜੀ, ਦੇਤੀ ਰਹਿਤ, ਇੱਧਰ ਦੀ ਦਿੱਤੀ, ਦੂਜੇ ਪਾਸੇ ਖੋਹ ਲਈ। ਤੁਹਾਡਾ ਲੰਮਾ ਤਜਰਬਾ ਹੈ, ਤੁਹਾਡੇ ਹਿਸਾਬ ਦੇ ਨਾਲ ਫਿਰ ਜਿਹੜੀ ਕਿਸਾਨ ਪਾਰਟੀ ਬਣਾ ਕੇ ਉੱਭਰ ਰਹੇ ਨੇ, ਤਾਂ ਕਿ ਉਹਦਾ ਭਵਿੱਖ ਕੁਛ ਧੁੰਦਲੀ ਨਜ਼ਰ ਆ ਰਿਹਾ? ਮੈਨੂੰ ਨਹੀਂ ਲੱਗਦਾ ਵੀ ਉਹ ਕੁਛ ਸਵਾਰ ਦੇਣਗੇ ਥੋੜ੍ਹੇ ਦਿਨਾਂ ਦੇ ਵਿੱਚ। ਦੇਖੋ ਜਿਹੜੀਆਂ ਗੱਲਾਂ ਮੈਂ ਅੱਜ ਕਹਿਣਾ, ਤੁਸੀਂ ਇਹ ਸਾਲ 2 ਸਾਲ ਨੂੰ ਸਾਹਮਣੇ ਆਉਣਗੀਆਂ। ਅਸੀਂ ਕਹਿੰਦੇ ਹਾਂ ਵੀ ਉਹਨਾਂ ਦੀ ਪਾਰਟੀ ਬਣੇ, ਪਾਰਟੀ ਜਿੱਤੇ, ਪਾਰਟੀ ਵੋਟਾਂ ਮੁੱਖ ਮੰਤਰੀ ਬਣੇ, ਕਿਸਾਨਾਂ ਦਾ ਬਣ ਜੇ, ਇਹ ਸਮਾਜ ਸੰਯੁਕਤ ਸਮਾਜ ਮੋਰਚੇ ਦੀ ਸਰਕਾਰ ਬਣੇ, ਉਹਨਾਂ ਦਾ ਮੁੱਖ ਮੰਤਰੀ ਰਾਜੇਵਾਲ ਸਾਹਿਬ ਬਣ ਜੇ, ਕੋਈ ਹੋਰ ਬਣ ਜੇ, ਉਰਦੂ ਮਾਨਸਾ ਨੂੰ ਬਣਾ ਦਿਓ, ਤੁਸੀਂ ਜਿਹਨੂੰ ਮਰਜ਼ੀ ਪ੍ਰਧਾਨ ਮੁੱਖ ਮੰਤਰੀ ਬਣਾ ਦਿਓ, ਸਾਨੂੰ ਨਹੀਂ ਕੋਈ ਇਤਰਾਜ਼। ਪਰ ਉਹਨਾਂ ਨੇ ਜਿਵੇਂ ਇਹਨਾਂ ਨੇ ਤੇ ਛਿੱਤਰ ਪੈਂਦੇ ਨੇ ਦੂਜੀ ਕਾਂਗਰਸ ਦੇ, ਅਕਾਲੀਆਂ ਦੇ, ਉਵੇਂ ਉਹਨਾਂ ਦੇ ਪੈਣਗੇ। ਦੇਖ ਲਓ ਹਾਲਤ ਦੇ। ਪਰ ਤੁਹਾਡੇ ਫਿਰ ਵੀ ਸਾਥੀ ਰਹੇ ਨੇ, ਤੁਹਾਡੇ ਲਵੇ ਆਏ ਹੋਣਗੇ, ਤੁਹਾਡੇ ਨਾਲ ਗੱਲਬਾਤ ਕਰੀਏ ਕਿ ਤੁਸੀਂ ਵੀ ਗ੍ਰਾਮ ਸਾਹਿਬ ਆ ਜਾਓ, ਕਿਉਂਕਿ ਜ਼ਿਆਦਾਤਰ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਜ਼ਿਆਦਾਤਰ ਕਿਸਾਨ ਤੁਹਾਡੇ 'ਤੇ ਭਰੋਸਾ ਕਰਦੇ ਨੇ, ਤੁਹਾਡੇ ਨਾਲ ਜੁੜੇ ਨੇ। ਹੁਣ ਵੀ ਦੇਖਦੇ ਹਾਂ ਅੰਦੋਲਨ ਦੇ ਵਿੱਚ, ਲਗਾਤਾਰ ਅੰਦੋਲਨ ਚੱਲ ਰਹੇ ਨੇ ਪੰਜਾਬ ਦੇ ਵਿੱਚ। ਉਹ ਸਾਡੇ ਸਾਥੀ ਰਹੇ ਨੇ। ਰਾਹ ਤਾਂ ਅੱਡ ਹੈ ਨਾ, ਜਥੇਬੰਦੀ ਅੱਡ ਹੈ, ਜਥੇਬੰਦੀ ਅੱਡ ਹੈ, ਉਹਨਾਂ ਦਾ ਵਿਧਾਨ ਅੱਡ ਹੈ, ਸੰਵਿਧਾਨ ਅੱਡ ਹੈ। ਉਹ ਚੋਣਾਂ 'ਚ ਹਿੱਸਾ ਵੀ ਲੈਂਦੇ ਨੇ, ਉਹ ਚੋਣਾਂ 'ਚ ਸਪੋਰਟ ਵੀ ਕਰਦੇ ਨੇ, ਉਹ ਪਹਿਲਾਂ ਤੋਂ ਵੀ ਸਪੋਰਟ ਕਰਦੇ ਨੇ ਕੁਛ ਜਥੇਬੰਦੀਆਂ। ਇਸ ਕਰਕੇ ਸਾਡਾ ਵਿਧਾਨ ਅੱਡ ਹੈ। ਅਸੀਂ ਘੱਟੋ ਘੱਟ ਪ੍ਰੋਗਰਾਮਾਂ 'ਤੇ ਸਹਿਮਤੀ ਸੀ ਸਾਡੀ, ਉਹ ਅਸੀਂ ਪਗਾ ਲਈ। ਵਿਚਾਰਧਾਰਕ ਵਖਰੇਵੇਂ ਤਾਂ ਸਾਡੇ ਉਵੇਂ ਖੜ੍ਹੇ ਆ ਨਾ, ਸਟੈਂਡ ਕਰਦੇ ਆ, ਉਹ ਤਾਂ ਪਹਿਲਾਂ ਵੀ ਸੀ ਹੁਣ ਵੀ ਨੇ।
ਉਹਨਾਂ ਨੇ ਉਹ ਆਪਦੇ ਵਿਚਾਰ ਮੁਤਾਬਕ ਜੋ ਉਹਨਾਂ ਨੂੰ ਸਹੀ ਲੱਗਿਆ ਉਹਨਾਂ ਨੇ ਕਰ ਲਿਆ, ਸਾਡੇ ਵਿਚਾਰ ਮੁਤਾਬਕ ਜੋ ਸਾਨੂੰ ਸਹੀ ਲੱਗਦਾ ਸੀ। ਪਾਰਟੀ ਬਣਾਉਣ ਤੋਂ ਬਾਅਦ ਫੋਨ ਆਇਆ ਕਿਸੇ ਨਹੀਂ। ਰਾਜੇਵਾਲ ਸਾਹਿਬ ਦਾ ਜਾਂ ਰੁਲਦੂ ਸਿੰਘ ਮਾਨਸਾ ਦਾ ਕਿਹਾ ਹੋਵੇਗੀ, ਕਿਉਂਕਿ ਜਿਸ ਏਰੀਆ ਦੇ ਵਿੱਚ ਆਪਾਂ ਮਾਲਵੇ ਦੇ ਵਿੱਚ ਬੈਠੇ ਹਾਂ, ਇਕੱਲੇ ਇਲੈਕਸ਼ਨ ਤਾਂ ਲੜਿਆ ਨਹੀਂ ਜਾ ਸਕਦਾ, ਸਪੋਰਟ ਤਾਂ ਤੁਹਾਡੀ ਜ਼ਰੂਰੀ ਹੈ। ਚਾਹੇ ਉਹ ਕਹਿੰਦੇ ਹੋਣਗੇ ਜੇ ਤੁਸੀਂ ਖੁੱਲ੍ਹ ਕੇ ਨਹੀਂ ਕਰ ਸਕਦੇ ਅੰਦਰ ਖਾਤੇ ਕਰੋ ਸਾਡੀ support। ਨਾ ਅੰਦਰ ਖਾਤੇ ਨਾ ਖੁੱਲ੍ਹ ਕੇ, ਨਾ ਉਹਨਾਂ ਦਾ ਫੋਨ ਆਇਆ, ਨਾ ਫੋਨ ਕਰਨ ਦੀ ਜ਼ਰੂਰਤ ਕਰਨ। ਪਤਾ ਹੀ ਆ ਉਹਨਾਂ ਨੂੰ ਸਾਡੀ ਮਿੱਟੀ ਕਿਹੜੀ ਹੈ, ਪਤਾ ਸਪੋਰਟ ਨਹੀਂ ਕਰੋਗੇ, ਨਹੀਂ ਕਰਦੇ। ਘਰ ਆ ਜਾਂਦੇ ਨੇ, ਘਰ ਐਵੇਂ ਚਾਹ ਪਿਆ ਦਾਂਗੇ ਬਸ। ਕਿਉਂਕਿ ਅਗਰ ਸਰਕਾਰ ਬਣ ਜਾਂਦੀ ਹੈ ਤਾਂ ਕਈ ਕੰਮਕਾਜ ਲਈ ਤਾਂ ਫਿਰ ਵੀ, ਜਿਵੇਂ ਅੱਜ ਪੰਜਾਬ ਦੇ ਮੁੱਖ ਮੰਤਰੀ ਲਵੇ ਜਾ ਰਹੇ ਨੇ, ਪਹਿਲਾਂ ਦੇ ਮੁੱਖ ਮੰਤਰੀ ਲਵੇ ਜੋਗਿੰਦਰ ਸਿੰਘ ਰਾਹਾਂ ਜਾਂਦੇ ਨੇ, ਤਾਂ ਸ਼ਾਇਦ ਉਹ ਰਾਜੇਵਾਲ ਸਾਹਿਬ ਲਵੇ ਜਾਣਾ ਪਵੇ ਕਦੇ, ਫਿਰ ਉਹ ਇਹ ਨਾ ਕਹਿ ਦਿੰਦਾ ਕਿ ਉਸ ਦਿਨ ਤਾਂ ਜਵਾਬ ਦਿੱਤਾ ਸੀ, ਅੱਜ ਤੇਰੀਆਂ ਕੰਮ ਕਿਵੇਂ ਕਰੀਏ। ਕੋਈ ਨਹੀਂ, ਜੇ ਉਹ ਡਾਂਗਾ ਮਾਰਨਗੇ ਡਾਂਗਾ ਵੀ ਖਾਵਾਂਗੇ, ਸਾਰਾ ਕੁਝ ਚੱਲਾਂਗੇ। ਉਹ ਗੱਲਬਾਤ 'ਤੇ ਸੱਦਣਗੇ, ਗੱਲਬਾਤ 'ਤੇ ਜਾਵਾਂਗੇ। ਮੁੱਖ ਮੰਤਰੀ ਸਾਹਿਬ ਕਹਿ ਕੇ ਬੁਲਾਇਆ ਕਰਾਂਗੇ, ਰਾਜੇਵਾਲ ਸਾਹਿਬ ਥੋੜ੍ਹਾ ਕਹਾਂਗੇ ਅਸੀਂ ਉਦੋਂ। ਮੁੱਖ ਮੰਤਰੀ ਨੂੰ ਮੁੱਖ ਮੰਤਰੀ ਮੰਨਾਂਗੇ, ਕਿਉਂਕਿ ਉਹ ਪ੍ਰਬੰਧਕ ਸੀਟ ਹੈ, ਪ੍ਰਬੰਧਕ ਕੁਰਸੀ ਹੈ। ਉਹਨੂੰ ਕਹਾਂਗੇ ਵੀ ਹਾਂ ਠੀਕ ਹੈ, ਸਾਡਾ ਮੁੱਖ ਮੰਤਰੀ ਹੈ ਭਾਈ, ਅਤੇ ਗੱਲ ਕਰਾਂਗੇ। ਜੇ ਡਾਂਗਾ ਮਾਰੂਗਾ ਡਾਂਗਾ ਵੀ ਖਾਵਾਂਗੇ। ਅੱਛਾ, ਤੁਹਾਨੂੰ ਲੱਗਦਾ ਕਿ ਹੁਣ ਕਈ ਚੀਜ਼ਾਂ ਸੋਸ਼ਲ ਮੀਡੀਆ 'ਤੇ, ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਤੁਹਾਨੂੰ ਬਹੁਤ ਕੁਝ ਦੇਖਣ ਨੂੰ ਮਿਲਦਾ, ਤੁਹਾਡੇ ਖਿਲਾਫ, ਤੁਹਾਡੇ ਹੱਕ ਦੇ ਵਿੱਚ ਕੀ ਕੁਝ ਲੋਕ ਕਰ ਰਹੇ ਨੇ। ਜਦੋਂ ਤੁਸੀਂ ਇੱਕ ਪੋਸਟ ਪਾਉਂਦੇ ਹੋ ਤਾਂ ਥੱਲੇ ਨੈਗੇਟਿਵ ਪੋਜ਼ੀਟਿਵ ਜਿਹੜੇ ਕਮੈਂਟ ਨੇ ਤੁਹਾਡੇ ਆਉਂਦੇ ਨੇ। ਪਰ ਹੁਣ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਿਆ ਸੀ, ਵੱਡੀ ਲੜਾਈ ਲੜੀ ਗਈ, ਵੀ ਕੁਝ ਇਹ ਪਾਰਟੀਆਂ ਨੇ ਜਾਂ ਕਿਸਾਨ ਸੰਗਠਨਾਂ ਨੇ ਜਿਹੜਾ ਉਹਨੂੰ ਮਤਲਬ ਕਿ ਹਾਈਜੈਕ ਕਰ ਲਿਆ, ਉਹਦੇ ਇਸਤੇਮਾਲ ਕਰਕੇ ਮਤਲਬ ਕਿ ਹੁਣ ਇਲੈਕਸ਼ਨ ਦੇ ਵਿੱਚ ਆ ਗਏ, ਉਹਨਾਂ ਨੂੰ ਨਹੀਂ ਆਉਣਾ ਚਾਹੀਦਾ ਸੀ। ਕਿ ਮੰਨਦੇ ਹੋ ਕਿ ਤੁਹਾਨੂੰ ਕਿ ਇਹ ਜਿਹੜਾ ਕਿ ਇੱਕ ਇਕੱਠਾ ਲੋਕ ਹੋਏ ਸੀ, ਜਾਂ ਵੀ ਲੋਕ ਕਹਿ ਰਹੇ ਨੇ, ਕਿਹੜੇ ਲੋਕ ਨੇ ਜਿਨ੍ਹਾਂ ਨੇ ਕਿਹਾ ਵੀ ਲੋਕ, ਕਿਉਂਕਿ ਕਿਸਾਨ ਲੀਡਰ ਇਹ ਕਹਿ ਰਹੇ ਨੇ ਕਿ ਸਾਨੂੰ ਲੋਕਾਂ ਦੀ ਆਵਾਜ਼ ਆਈ, ਗਰਾਊਂਡ ਤੋਂ ਲੋਕ ਕਹਿ ਰਹੇ ਨੇ ਕਿ ਤੁਸੀਂ ਇਲੈਕਸ਼ਨ ਲੜੋ, ਕਿ ਤੁਹਾਨੂੰ ਵੀ ਉਹ ਆਵਾਜ਼ ਤੁਹਾਨੂੰ ਵੀ ਆਈ ਹੋਏਗੀ, ਕਿਉਂਕਿ ਤੁਹਾਡੇ ਨਾਲ ਵੀ ਬਹੁਤ ਵੱਡੇ ਗੇਡਰ ਤੁਹਾਡੇ ਨਾਲ ਜੁੜਿਆ ਹੋਇਆ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਤੁਹਾਡੇ ਨਾਲ ਦਿੱਲੀ ਗਏ, ਤਾਂ ਹੁਣ ਵੀ ਪੰਜਾਬ ਦੀ ਸੜਕਾਂ ਦੇ ਉੱਪਰ ਬੈਠੇ ਨੇ। ਸਾਨੂੰ ਆਵਾਜ਼ ਕਿਵੇਂ ਆਊਗੀ ਸਾਡੀ, ਜਦ ਅਸੀਂ ਉਹ ਆਵਾਜ਼ ਸੁਣਨ ਜੇ ਕਿ ਛੱਡੇ ਹੀ ਨਹੀਂ। ਸਾਡੇ ਕੇਡਰ ਨੇ ਸਾਨੂੰ ਕਹਿਣਾ ਸੀ, ਅਸੀਂ ਕੇਡਰ ਪਹਿਲੇ ਸਮਝਾਇਆ ਹੋਇਆ। ਸਾਡੇ ਕੇਡਰ ਦੇ ਵਿੱਚ ਤਾਂ ਕਦੇ ਸਵਾਲ ਹੀ ਉੱਠਿਆ ਵੀ ਆਪਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ। ਸਾਡੇ ਕੇਡਰ ਦਾ ਭਰੋਸਾ ਵੱਜਿਆ ਹੋਇਆ ਵੀ ਜਿਹੜੇ ਕੰਮ ਤੁਸੀਂ ਕਰ ਦੋਗੇ ਉਹ ਇਲੈਕਟਡ ਬੰਦੇ ਨਹੀਂ ਕਰ ਸਕਦੇ। ਤੁਸੀਂ ਇਲੈਕਸ਼ਨ ਦੇ ਵਿੱਚ ਭਰੋਸਾ ਕਰੋ, ਉਹ ਚੁਣ ਕੇ ਤੁਸੀਂ ਦੇਖ ਲਓ। ਜਿਹੜੀਆਂ ਗੱਲਾਂ ਅੱਜ ਤੱਕ ਆਪਾਂ ਨੇ ਪੂਰੇ ਪੰਜਾਬ ਦੇ ਵਿੱਚ ਕੀਤੀਆਂ ਨੇ, ਕਦੇ ਇਲੈਕਟਡ ਬੰਦੇ ਖੁਦਕੁਸ਼ੀਆਂ ਦੇ ਮਾਮਲੇ ਵਾਸਤੇ ਲੜੇ ਨੇ, ਕਦੇ ਇਲੈਕਟਡ ਬੰਦਿਆਂ ਨੇ ਕਿਸੇ ਦੀ ਕੁਰਕੀ ਰਕਵਾਈ ਹੈ, ਕਦੇ ਇਲੈਕਟਡ ਬੰਦਿਆਂ ਨੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਬੰਦੇ ਛਡਾਏ ਨੇ, ਕਦੇ ਇਲੈਕਟਡ ਬੰਦਿਆਂ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਲੜਾਈ ਲੜੀ ਹੈ। ਇਲੈਕਟਡ ਬੰਦੇ ਸਿਰਫ ਸੀਮਾ ਤੱਕ ਲੜਦੇ, ਉਹ ਕਾਨੂੰਨ ਦੇ ਬੱਝੇ ਹੁੰਦੇ ਨੇ, ਸੰਵਿਧਾਨ ਦੀ ਰਾਖੀ ਕਰਦੇ ਨੇ, ਕਾਨੂੰਨ ਦੇ ਖਿਲਾਫ ਨਹੀਂ ਲੜ ਸਕਦੇ। ਸਾਨੂੰ ਕਈ ਵਾਰੀ ਗੈਰ ਕਾਨੂੰਨੀ ਦਫਾ 44 ਤੋੜ ਕੇ ਵੀ ਜਾਣੀ ਪੈਂਦੀ ਹੈ। ਇਸ ਕਰਕੇ ਇਲੈਕਟਡ ਬੰਦੇ ਨਹੀਂ ਕਰ ਸਕਦੇ ਜੋ ਜਥੇਬੰਦਕ ਤਾਕਤ ਕਰ ਸਕਦੀ ਹੈ। ਇਲੈਕਟਡ ਬੰਦਿਆਂ ਦਾ ਸੀਮਿਤ ਕੰਮ ਹੈ, ਉਹ ਤਾਂ ਕਰਦੇ ਨੇ, ਉਹ ਘੇਰੇ ਵਿੱਚ ਰਹਿੰਦੇ ਨੇ ਕਾਨੂੰਨ ਦੇ ਵਿੱਚ। ਸਾਨੂੰ ਘੇਰੇ ਤੋਂ ਬਾਹਰ ਜਾਣਾ ਪੈਂਦਾ, ਕਈ ਵਾਰੀ ਸਾਡੀ ਮਜਬੂਰੀ ਬਣ ਜਾਂਦੀ ਹੈ, ਸਾਨੂੰ ਘੇਰਾ ਲੰਘ ਕੇ ਜਾਣਾ ਪੈਂਦਾ ਸਟੇਟ ਦੇ ਖਿਲਾਫ ਲੜਾਈ ਲੜਨ ਦੀ ਖਾਤਰ। ਦਫਾ 44 ਤੋੜਨੀ ਪੈਂਦੀ ਹੈ ਸਾਨੂੰ ਕਰੋਨਾ ਦਾ ਜਿਹੜਾ ਸੀ ਦੌਰ ਦੇ ਵਿੱਚ। ਨਹੀਂ ਤਾਂ ਜੇ ਅਸੀਂ ਇਲੈਕਟਡ ਹੁੰਦੇ, ਜਦੋਂ ਕਰੋਨਾ ਲੱਗਿਆ ਹੋਇਆ ਸੀ, ਪਾਬੰਦੀ ਸੀ 5 ਬੰਦਿਆਂ ਤੋਂ ਬੰਦ ਇਕੱਠੇ ਹੋਣ ਦੀ, ਅਸੀਂ ਉਹ ਕਾਨੂੰਨ ਦੇਖੀ ਜਾਂਦੇ ਫਿਰ ਤਾਂ ਅਸੀਂ ਇਹ ਕਾਨੂੰਨ ਸਾਡੇ 'ਤੇ ਲਾਗੂ ਕਰ ਜਾਂਦੇ। ਇਸ ਕਰਕੇ ਇਹ ਇਲੈਕਟਡ ਬੰਦਿਆਂ ਦਾ ਕੰਮ ਨਹੀਂ ਹੈ। ਇਲੈਕਸ਼ਨ ਦੇ ਵਿੱਚ ਹਿੱਸਾ ਲੈਣ ਵਾਲਿਆਂ ਦਾ ਕੁਛ ਹੋਰ ਘੇਰਾ ਹੈ ਅਤੇ ਸਾਡਾ ਹੋਰ ਘੇਰਾ ਹੈ। ਇਸ ਕਰਕੇ ਅਸੀਂ ਉਹ ਤੋਂ ਬਾਹਰ ਰਹਿਣਾ ਚਾਹੁੰਦੇ ਹਾਂ। ਤੁਹਾਨੂੰ ਲੱਗਦਾ ਕਿ ਹੁਣ ਜਦੋਂ ਕਿ ਭਾਵੇਂ ਸਰਕਾਰ ਨੇ ਕਹਿ ਦਿੱਤਾ ਕਿ ਕਾਨੂੰਨ ਵਾਪਸ ਲੈ ਲਏ ਨੇ, ਪਰ ਉਸ ਤੋਂ ਬਾਅਦ ਇੱਕ ਨਰਿੰਦਰ ਤੋਮਰ ਦਾ ਇੱਕ ਦੁਬਾਰਾ ਫਿਰ ਬਿਆਨ ਆਉਂਦਾ ਹੈ ਕਿ ਸਰਕਾਰ ਜਿਹੜੀ ਆ ਉਹ ਇੱਕ ਕਦਮ ਪਿੱਛਾ ਹਟੀ ਹੈਗੀ, ਕਿਉਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇੱਕ ਬੜੇ ਦੇਰ ਬਾਅਦ ਜਿਹੜੀ ਕਿਸਾਨ ਹੈ ਉਹ ਇੱਕ ਰੀੜ੍ਹ ਦੀ ਹੱਡੀ ਆ ਦੇਸ਼ ਦੀ, ਉਹਨੂੰ ਉੱਚਾ ਉੱਠਣ ਦੇ ਲਈ ਸਾਨੂੰ ਬਹੁਤ ਕੁਝ ਕਰਨਾ ਸੀ। ਕਾਨੂੰਨ ਲੈ ਕੇ ਆਏ ਸੀ, ਹੋਰ ਕਦਮ ਅੱਗੇ ਵਧਾਂਗੇ, ਭਾਵੇਂ ਕਿ ਬਾਅਦ ਦੇ ਵਿੱਚ ਉਹਨਾਂ ਦਾ ਸਪਸ਼ਟੀਕਰਨ ਆ ਗਿਆ ਕਿ ਨਹੀਂ। ਪਰ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਦਾ ਜਿਹੜੇ ਬਿਆਨਬਾਜ਼ੀ ਆ ਰਹੀ ਆ, ਜਦੋਂ ਕਿਸਾਨਾਂ ਦਾ ਇੱਕ ਧੜਾ ਅਲੱਗ ਹੋ ਕੇ, ਕਿਉਂਕਿ ਪੰਜਾਬ ਦੇ 32 ਕਿਸਾਨ ਜਿਹੜੇ ਜਥੇਬੰਦੀਆਂ ਜ਼ਿਆਦਾਤਰ ਜ਼ਿਕਰ ਹੁੰਦਾ ਜਿਹਦੇ ਵਿੱਚ ਜ਼ਿਆਦਾਤਰ ਇਲੈਕਸ਼ਨ ਲੜ ਰਹੇ ਨੇ, ਕਿਤੇ ਨਾ ਇਹ ਅਸਰ ਤੋੜਦਾ ਹੈ, ਕਿਸਾਨਾਂ ਨੂੰ ਕਮਜ਼ੋਰ ਕਰਦਾ, ਸਰਕਾਰ ਨੂੰ ਬੋਲਣ ਦਾ ਸਮਾਂ ਦਿੰਦਾ। ਦੇਖੋ, ਤੋਮਰ ਦੇ ਬਿਆਨ ਦਾ ਮੈਂ ਪਹਿਲਾਂ ਵੀ ਸਟੇਟਮੈਂਟ ਦਿੱਤੀ ਹੈ ਵੀ ਐਡਾ ਕੋਈ ਤੁਕ ਨਹੀਂ ਹੁੰਦਾ ਵੀ ਉਹ ਪਾਰਲੀਮੈਂਟ ਦੇ ਵਿੱਚੋਂ ਰੱਦ ਵੀ ਹੋ ਗਏ, ਰਾਜ ਸਭਾ ਦੇ ਵਿੱਚੋਂ ਰੱਦ ਹੋ ਗਏ, ਰਾਸ਼ਟਰਪਤੀ ਸਾਈਨ ਹੋ ਕੇ ਮੁੜ ਕੇ ਫਿਰ ਕਹੇ ਵੀ ਮੈਂ ਫਿਰ ਲੈ ਕੇ ਆਉਣੇ ਨੇ। ਇਹ ਵੈਸੇ ਕੋਈ ਤੁਕ ਨਹੀਂ ਬਣਦੀ, ਲੌਜਿਕ ਹੀ ਨਹੀਂ ਬਣਦਾ ਕੋਈ ਉਹਨਾਂ ਦਾ। ਫਿਰ ਨਾਲ ਦੀ ਨਾਲ ਉਹ ਕਹਿੰਦਾ ਵੀ ਤੁਸੀਂ ਗਲਤ ਕਹਿ ਗਏ, ਮੈਂ ਤਾਂ ਐਂ ਕਿਹਾ ਨਹੀਂ ਸੀ, ਇਹਦਾ ਅਰਥ ਗਲਤ ਲੈ ਲਿਆ। ਅਸੀਂ ਤਾਂ ਕਿਸਾਨੀ ਦੇ ਫਾਇਦੇ ਵਾਸਤੇ ਹੋਰ ਗਾਹਾਂ ਉਦੋਂ ਵੀ ਵੱਧਵਾਂ ਕਦਮ ਚੱਕਾਂਗੇ। ਉਹ ਚੱਲ ਕਿਹੜਾ ਕਦਮ ਚੱਕਣਗੇ, ਕੀ ਕਰਨਗੇ, ਉਹ ਜਾਣਦੇ ਹੋਣਗੇ। ਪਰ ਇਸ ਹਾਲਤ ਦੇ ਵਿੱਚ ਇਹ ਠੀਕ ਹੈ, ਇਹ ਮੰਨਣ ਵਾਲੀ ਗੱਲ ਹੈ ਕਿ ਉਹ ਅਟੈਕ ਹੈ ਜਿਹੜਾ ਉਹਨਾਂ ਦਾ ਜਾਰੀ ਹੈ।
ਉਹ ਹਮਲੇ ਤੇ ਉਹਦੀ ਨੀਤ ਦੇ ਵਿੱਚ ਨਹੀਂ ਕੋਈ ਫਰਕ ਪਿਆ ਇਹਨਾਂ ਨੂੰ। ਇਦਾਂ ਮਤਲਬ ਕਿ ਜੇ ਅਗਰ ਕਿਸਾਨ ਅੱਡ ਧਿਰ ਬਣਾ ਜਾਂਦੇ ਨੇ, ਜਿਵੇਂ ਇਲੈਕਸ਼ਨ ਜਿਹੜੀ ਗੱਲ ਕਰ ਰਿਹਾ ਸੀ, ਕਿਧਰ ਉਹ ਹਾਵੀ ਜ਼ਿਆਦਾ ਹੁੰਦੇ ਨੇ ਨਾ, ਮਤਲਬ ਕਿ ਉਹ ਰਹਿਣਗੇ ਵੀ ਇਹ ਕਿਸਾਨ ਤਾਂ ਦੇਖੋ ਜੀ ਇਹ ਚੀਜ਼ਾਂ, ਕਿਉਂਕਿ ਪਹਿਲੇ ਦਿਨ ਤੋਂ ਬੀਜੇਪੀ ਇਹ ਕਹਿੰਦੀ ਰਹੀ ਸੀ ਕਿ ਇਲੈਕਸ਼ਨ ਲੜਨਗੇ। ਪਹਿਲਾਂ ਤਾਂ ਇਹ ਕਿਹਾ ਜਾਂਦਾ ਸੀ ਕਿ ਜਿਹੜੀਆਂ ਕਿਸਾਨੀ ਸਟੇਜਾਂ ਦੇ ਉੱਪਰ ਕੋਈ ਸਿਆਸੀ ਨੇਤਾ, ਕੋਈ ਲੀਡਰ ਹੈ ਜਿਹੜਾ ਉਹ ਨਹੀਂ ਬੋਲੇਗਾ। ਹੁਣ ਉਹ ਕਹਿ ਰਹੇ ਨੇ, ਹੁਣ ਸਵਾਲ ਖੜੇ ਕਰ ਰਹੇ ਨੇ, ਭਾਜਪਾ ਦੇ ਲੋਕ ਵੀ ਸਵਾਲ ਖੜੇ ਕਰ ਰਹੇ ਨੇ ਕਿ ਜਿਹੜੇ ਲੋਕ ਪਹਿਲਾਂ ਕਹਿ ਰਹੇ ਸੀ ਅਸੀਂ ਇਲੈਕਸ਼ਨ ਨਹੀਂ ਲੜਨਾ, ਅੱਜ ਉਹ ਖੁਦ ਇਲੈਕਸ਼ਨ ਦੇ ਵਿੱਚ ਅੱਗੇ ਆ ਰਹੇ ਨੇ, ਖੁਦ ਇਲੈਕਸ਼ਨ ਲੜਨ ਚਾਹ ਰਹੇ ਨੇ, ਖੁਦ ਮੰਤਰੀ ਬਣਨਾ ਚਾਹ ਰਹੇ ਨੇ। ਕੁਛ ਗਿਣਤੀ ਇਲੈਕਟਡ ਹੋ ਕੇ ਮੰਤਰੀ ਬਣ ਕੇ ਚਲੀ ਜਾਊਗੀ। ਪੰਜਾਬ ਤਾਂ ਕਿਧਰੇ ਨਹੀਂ ਗਿਆ। ਪੰਜਾਬ ਦੇ ਲੋਕ ਤਾਂ ਲੜਨ ਵਾਸਤੇ ਤਿਆਰ ਨੇ। ਅਸੀਂ ਬੈਠੇ ਹਾਂ ਅਗਵਾਈ ਕਰਨ ਵਾਲੇ, ਅਸੀਂ ਬੈਠੇ ਹਾਂ ਕਹਿਣ ਵਾਲੇ ਵੀ ਆ ਜਾਓ ਭਾਈ। ਇਹ ਤਾਂ ਨਹੀਂ ਹੈਗਾ ਵੀ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਉੱਧਰ ਇਲੈਕਟਡ ਹੋ ਕੇ ਉੱਧਰ ਚਲੀਆਂ ਗਈਆਂ, ਉਸ ਖੂਹ ਖਾਤੇ ਜਾ ਡਿੱਗੀਆਂ। ਅਸੀਂ ਇਲੈਕਟਡ SKM ਜਿਉਂਦਾ ਹੈ, 400-500 ਜਥੇਬੰਦੀ SKM ਦੇ ਵਿੱਚ ਅਸੀਂ ਬੈਠੇ ਹਾਂ। 15 ਤਰੀਕ ਨੂੰ ਸਾਡੀ ਮੀਟਿੰਗ ਹੈ, ਅਸੀਂ ਜਾਵਾਂਗੇ, ਅਸੀਂ ਲੜਾਂਗੇ। ਜੇ ਕੋਈ ਇਹ ਹੱਲਾ ਆਉਂਦਾ ਸਰਕਾਰ ਦਾ, ਸੈਂਟਰ ਗਵਰਨਮੈਂਟ ਦਾ, ਚਾਹੇ ਕੇਂਦਰ ਸਰਕਾਰ ਦਾ, ਚਾਹੇ ਸੂਬਾ ਸਰਕਾਰ ਦਾ, ਉਹ ਹੱਲੇ ਦੇ ਖਿਲਾਫ ਲੜਨ ਵਾਸਤੇ ਤਿਆਰ ਬੈਠੇ ਹਾਂ। ਅਸੀਂ ਅੱਜ ਵੀ ਲੜ ਰਹੇ ਹਾਂ। ਮੀਟਿੰਗ ਦੇ ਵਿੱਚ ਵਿਚਾਰੋਗੇ ਇਹ ਚੀਜ਼ਾਂ ਵੀ ਵਿਚਾਰੀਆਂ ਜਾਣਗੀਆਂ ਇਲੈਕਸ਼ਨ ਲੜਨ ਵਾਲੀਆਂ? ਅਸੀਂ ਇਲੈਕਸ਼ਨ ਲੜਨ ਦਾ ਕਿਉਂ ਵਿਚਾਰਾਂਗੇ ਜਦੋਂ ਲੜਨੀਆਂ ਨਹੀਂ? ਜਿਹਨੇ ਇਲੈਕਸ਼ਨ ਲੜਨਾ ਤਾਂ ਜਾਓ। ਜਿਹੜੇ ਲੜ ਰਹੀਆਂ ਨੇ ਉਹਨਾਂ ਜਥੇਬੰਦੀਆਂ ਬਾਰੇ ਵੀ ਕੁਝ ਸੋਚਿਆ ਜਾ ਉਹਨਾਂ ਸਕਦਾ? ਬਾਰੇ ਕੁਛ ਏਜੰਡਾ ਲੱਗੂਗਾ ਤਾਂ ਸੋਚ ਲਾਂਗੇ, ਨਹੀਂ ਤਾਂ ਕੋਈ ਲੋੜ ਵੀ ਨਹੀਂ। ਉਹ ਇਲੈਕਸ਼ਨ ਲੜ ਲੈਣ, ਅਸੀਂ ਉੱਧਰ ਲੜ ਲਾਂਗੇ, ਇੱਧਰ ਲੜਨਾ। ਪਰ ਭਾਜਪਾ ਦੇ ਖਿਲਾਫ ਇੱਕ ਵੱਡਾ ਮੋਰਚਾ ਕਿਸਾਨਾਂ ਨੇ ਖੋਲ੍ਹਿਆ, ਪਰ ਹੁਣ ਦੇਖਦੇ ਹਾਂ ਕਿ ਭਾਜਪਾ ਬੜੇ ਤਰੀਕੇ ਦੇ ਨਾਲ ਵਿਸਤਾਰ ਕਰ ਰਹੀ ਹੈ ਪੰਜਾਬ ਦੇ ਵਿੱਚ। ਕਈ ਰਾਜਨੀਤਿਕ ਜਿਹੜੀ ਦੂਸਰੀ ਪਾਰਟੀਆਂ ਦੇ ਲੋਕ ਨੇ ਉਹ ਉੱਧਰ ਜਾ ਰਹੇ ਨੇ, ਸ਼ਾਮਲ ਹੋ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਉੱਧਰ ਖੇਮੇ ਚਲੇ ਗਏ ਨੇ, ਸੁਖਦੇਵ ਸਿੰਘ ਢੀਂਡਸਾ ਉੱਧਰ ਚਲੇ ਗਏ ਨੇ। ਚੀਜ਼ਾਂ ਕਿਵੇਂ ਦੇਖਦੇ ਹੋ ਉਸ ਬਦਲਾਅ ਨੂੰ ਜਿਹੜਾ ਹੋ ਰਿਹਾ ਹੈਗਾ? ਦੇਖੋ, ਬੁੱਢੀ ਲੀਡਰਸ਼ਿਪ, ਥੱਕੀ ਹੋਈ ਲੀਡਰਸ਼ਿਪ ਹੁਣ ਉੱਧਰ ਨੂੰ ਜਾ ਰਹੀ ਹੈ। ਚੱਲੇ ਹੋਏ ਰੌਂਦਾ ਵਰਗਾ ਕੰਮ ਹੈ ਇਹ ਬਾਈ। ਐਂ ਤਾਂ ਇਹਨਾਂ ਦੀ ਉਤਲ ਪੁਤਲਾਂ ਬਹੁਤ ਹੁੰਦੀਆਂ ਨੇ, ਕੋਈ ਇੱਧਰੋਂ ਛਾਲ ਮਾਰ ਗਿਆ, ਉੱਧਰ ਟਪੂਸੀ ਮਾਰ ਗਿਆ, ਇੱਧਰ ਨਹੀਂ ਫਿੱਟ ਲੱਗਿਆ, ਉੱਧਰ ਟਪੂਸੀ ਮਾਰ ਗਿਆ। ਇਹ ਕਿਸੇ ਇੱਕ ਪਾਰਟੀ 'ਚ, ਸਾਰੀਆਂ ਪਾਰਟੀਆਂ 'ਚ ਹੀ ਹੋ ਰਿਹਾ। ਐਂ ਇਹਨਾਂ ਦੇ ਮੌਸਮ ਆਏ ਹੋਏ ਨੇ, ਪੱਗਾਂ ਪੁੱਗਾਂ ਬਦਲਦੇ ਮੌਸਮ ਨੇ, ਕੱਪੜੇ ਬਦਲਦੇ ਮੌਸਮ ਨੇ, ਆਉਂਦੇ ਰਹਿੰਦੇ ਨੇ। ਇਸ ਉਥਲ ਪੁਥਲ ਨਾਲ ਨਹੀਂ ਕੋਈ ਫਰਕ ਪੈਣ ਲੱਗਾ ਸਿਆਸੀ ਤੌਰ 'ਤੇ। ਸਿਆਸੀ ਤੌਰ 'ਤੇ ਇਹ ਚੱਲ ਰਹੀ ਹੈ, ਪਹਿਲਾਂ ਤੋਂ ਹੀ ਚੱਲਦਾ, ਇਹਦੇ ਨਹੀਂ ਕੋਈ ਫਰਕ ਪੈਣ ਲੱਗਿਆ। ਲੋੜ ਤਾਂ ਇਹ ਹੈ ਵੀ ਲੋਕ ਲਹਿਰ, ਲੋਕ ਕਿੰਨੇ ਕੁ ਅਵੇਅਰ ਹੋ ਗਏ, ਲੋਕ ਚੇਤਨ ਕਿੰਨੇ ਕੁ ਹੋ ਗਏ, ਲੋਕ ਆਪਣੀ ਗੱਲ ਸਮਝਣ ਲੱਗ ਗਏ, ਹਾਕਮ ਦੀਆਂ ਚਾਲਾਂ ਨੂੰ ਸਮਝਣ ਲੱਗ ਗਏ, ਤਾਂ ਉਹਦਾ ਜਵਾਬ ਦੇਣ ਦੇ ਸਮਰੱਥ ਹੋ ਗਏ। ਲੋਕ ਨਹੀਂ ਹੋ ਗਏ। ਗੱਲਾਂ ਤਾਂ ਇਹ ਦੇਖਣ ਵਾਲੀਆਂ ਨੇ। ਇਹ ਕਰਨ ਵਾਸਤੇ ਅਸੀਂ ਕੰਮ ਕਰ ਰਹੇ ਹਾਂ। ਲੋਕਾਂ 'ਚ ਕਿੰਨੀ ਕੁ ਚੇਤਨ ਆਈ ਹੈ ਫਿਰ ਇਸ ਹਿਸਾਬ ਦੇ ਨਾਲ? ਜਿਵੇਂ ਤੁਸੀਂ ਹੁਣ ਜ਼ਿਕਰ ਕਰਿਆ, ਕਿਉਂਕਿ ਤੁਸੀਂ ਪੰਜਾਬ ਵੀ ਵਿਚ ਰਿਹਾ, ਹਰਿਆਣਾ ਵੀ ਵਿਚ ਰਿਹਾ, ਰਾਜਸਥਾਨ ਵੀ ਵਿਚ ਰਿਹਾ, ਤੁਸੀਂ ਉੱਤਰਾਖੰਡ ਵੀ ਗਏ, ਯੂਪੀ ਵੀ ਗਏ, ਜਾ ਕੇ ਦੇਖਿਆ ਕਿੰਨਾ ਕੁ ਲੋਕਾਂ 'ਚ ਬਹੁਤ ਅਵੇਅਰਨੈਸ ਆਈ ਹੈ, ਬਹੁਤ ਜਾਗਰਤੀ ਆਈ ਹੈ, ਬਹੁਤ ਲੋਕਾਂ ਨੂੰ ਪਤਾ ਲੱਗਿਆ। ਯੂਪੀ ਦੇ ਵਿੱਚ ਤਾਂ ਲੋਕ ਇਹ ਨਹੀਂ ਜਾਣਦੇ ਸੀ MSP ਕੀ ਹੁੰਦੀ ਹੈ, ਕੋਈ ਸਰਕਾਰੀ ਖਰੀਦ ਹੁੰਦੀ ਹੈ ਕਿ ਨਹੀਂ ਹੁੰਦੀ ਹੈ, ਇਸ ਨੂੰ ਜਾਣਦੇ ਨਹੀਂ ਸੀ, ਕਿਉਂਕਿ ਉੱਥੇ ਸਰਕਾਰੀ ਖਰੀਦ ਹੈ ਨਹੀਂ ਸੀ। ਬਹੁਤ ਪੂਰਬੀ ਯੂਪੀ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ, ਪੱਛਮੀ ਯੂਪੀ ਤਾਂ ਜੇ ਹੈਗੀ ਹੈ। ਇਸ ਕਰਕੇ ਲੋਕਾਂ ਦੇ ਵਿੱਚ ਅਵੇਅਰਨੈਸ ਆਈ ਹੈ ਕਿਸਾਨੀ ਕਿੱਤੇ ਦੇ, ਕਰਜ਼ੇ 'ਤੇ, ਬੇਰੁਜ਼ਗਾਰੀ 'ਤੇ, ਨਸ਼ਿਆਂ 'ਤੇ। ਇਸ ਸੰਬੰਧ ਦੇ ਵਿੱਚ ਲੋਕਾਂ ਦੇ ਵਿੱਚ ਗੱਲ ਉੱਠੀ ਹੈ। ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਕਿਰਤੀਆਂ ਨੇ ਇਕੱਠੇ ਹੋ ਕੇ ਧਰਮ ਨਿਰਪੱਖ ਰਹਿ ਕੇ, ਜਾਤਾਂ ਤੋਂ ਉੱਤੇ ਉੱਠ ਕੇ, ਅਤੇ ਇੱਕ ਇਹ ਰਾਜ ਹੈ ਫਲਾਣਾ, ਦੂਜੇ ਰਾਜਾਂ ਤੋਂ ਉੱਥੇ ਉੱਠ ਕੇ ਸਾਰੇ ਇਕੱਠੇ ਹੋਏ ਲੜਨਾ ਸਿੱਖ ਗਏ। ਅਤੇ ਹੁਣ ਅੱਗੇ ਵਾਸਤੇ ਵੱਡੀ ਲੜਾਈ ਹੋਊਗੀ। ਨਰਿੰਦਰ ਮੋਦੀ ਪੰਜਾਬ ਆ ਰਹੇ ਨੇ, ਪੰਜਾਬ ਦੌਰੇ 'ਤੇ ਨੇ, ਕਹਿ ਰਹੇ ਕਿ ਕਿਸਾਨਾਂ ਦੇ ਲਈ ਵੱਡਾ ਐਲਾਨ ਹੋ ਸਕਦਾ। 35 ਲੱਖ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਮਾਫ ਹੋ ਸਕਦਾ। ਤੁਸੀਂ ਵੀ ਕਰਜ਼ ਮਾਫੀ ਲਈ ਲੜਾਈ ਲੜ ਰਹੇ ਹੋ ਕਿ ਅਗਰ ਇਹ ਸਭ ਕੁਝ ਹੋ ਜਾਂਦਾ ਹੈ ਤਾਂ ਵੱਡੇ ਐਲਾਨ ਹੁੰਦੇ ਨੇ ਕਿ 2022 ਦੇ ਇਲੈਕਸ਼ਨ ਦੇ ਵਿੱਚ ਕੁਝ ਬਦਲਾਅ ਨਜ਼ਰ ਆਏਗਾ, ਕਿ ਭਾਜਪਾ ਵੱਲ ਕਿਸਾਨਾਂ ਦਾ ਝੁਕਾਅ ਹੋ ਸਕਦਾ ਤੁਹਾਡੇ ਹਿਸਾਬ ਦੇ ਨਾਲ? ਜਦੋਂ ਕਿਸਾਨਾਂ ਨੂੰ ਕਰਜ਼ਾ ਮਾਫ ਕਰੂਗਾ ਕੋਈ, ਕਿਸਾਨ ਦੇਖ ਲੈਣਗੇ। ਉਹ ਤਾਂ ਕਿਸਾਨਾਂ ਦੀ ਮਰਜ਼ੀ ਹੈ, ਉਹਨਾਂ ਨੇ ਉਹ ਦੇਖਣਾ ਹੈ। ਇਹ ਵੀ ਹੁਣ ਯਾਰ ਮੁਰਦੇ ਦੇ ਘਿਓ ਮੂੰਹ 'ਚ ਘਿਓ ਪਾਉਂਦੇ ਨੇ ਕਿਸਾਨ ਨੂੰ। ਇਹ ਜਿਹੜੀ ਇਹ ਗੱਲ ਹੈ ਵੀ ਕਰਜ਼ਾ ਮਾਫ ਕਰਾਂਗੇ, ਇਹ ਹੁਣੀ 2022 'ਚ ਕਿਉਂ ਯਾਦ ਆਇਆ ਇਹਨਾਂ ਨੂੰ? ਗਾਹਾਂ 2024 ਵੀ ਮੂਹਰੇ ਖੜੀ ਹੈ। ਪਰ 2013 ਦੇ ਵਿੱਚ ਤਾਂ ਮੋਦੀ ਸਾਹਿਬ ਨੇ ਕਿਹਾ ਮੈਂ ਭਾਰਤ ਦੇ ਸਾਰੇ ਕਿਸਾਨਾਂ ਦਾ ਕਰਜ਼ਾ ਪਹਿਲੀ ਮੀਟਿੰਗ ਦੇ ਵਿੱਚ ਹੀ ਖਤਮ ਕਰ ਦੂੰਗਾ। ਚਲੋ, ਜੇ ਭਾਰਤ ਦੇ ਕਿਸਾਨਾਂ ਦਾ ਨਹੀਂ ਕੀਤਾ, ਜੇ ਪੰਜਾਬ ਆ ਕੇ ਪੰਜਾਬ ਦੇ ਕਿਸਾਨਾਂ ਦਾ ਕਰਜ਼ੇ ਦੀ ਰਾਹਤ ਮਿਲਦੀ ਹੈ, ਚੰਗੀ ਗੱਲ ਹੈ। ਲੋਕ ਦੇਖ ਲੈਣਗੇ ਕੀ ਠੀਕ ਹੈ ਕੀ ਗਲਤ ਹੈ, ਹੁੰਦਾ ਕਿ ਨਹੀਂ ਹੁੰਦਾ। ਅਜੇ ਤਾਂ ਉੱਠਦੇ ਬੋਲ ਦੀ ਗੱਲ ਹੈ। ਪਰ BJP ਦੇ ਪੱਖ ਦੇ ਵਿੱਚ ਜਾਣ ਦੇ ਲਈ, ਜਾਂ ਫਿਰ ਜੇ ਅਗਰ ਕੁਝ ਫਾਇਦਾ ਕਿਸਾਨਾਂ ਦਾ ਕਰਦੀ ਆ, ਕਿ ਜਥੇਬੰਦੀ ਨੇ ਕੁਝ ਸੋਚਿਆ ਕਿ ਉਹ ਸਟੈਂਡ ਹੈ ਉਹਨਾਂ ਦਾ, ਜਾਂ ਬਿਲਕੁਲ ਹੀ ਨਹੀਂ ਜਾਣਾ, ਜਾਂ ਕਿਸਾਨਾਂ ਨੂੰ ਨਹੀਂ ਜਾਣ ਦੀ ਅਪੀਲ ਕਰਦੀ ਆ, ਜਾਂ ਫਿਰ ਜੇ ਇਲੈਕਸ਼ਨ ਦੇ ਵਿੱਚ ਆਉਣਗੇ ਜਾਂ ਸਵਾਲ ਕੀਤੇ ਜਾਣਗੇ ਜਾਂ ਵਿਰੋਧ ਕੀਤੇ ਜਾਣਗੇ? ਦੇਖੋ, ਇਹ ਸਵਾਲ ਤਾਂ ਹੋਣਗੇ ਵੀ ਤੁਸੀਂ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰ ਰਹੇ ਹੋ, ਸਾਰੇ ਪਬਲਿਕ ਸੈਕਟਰ ਨੂੰ ਕਾਰਪੋਰੇਟਾਂ ਦੇ ਹੱਥਾਂ 'ਚ ਦੇ ਰਹੇ ਹੋ। ਇਹ ਤੁਹਾਡਾ ਗਲਤ ਹੈ। ਤੁਸੀਂ ਕੋਲੇ ਦੀਆਂ ਖਾਣਾਂ ਵੇਚਤੀਆਂ, ਤੁਸੀਂ ਬੰਦਰਗਾਹਾਂ ਵੇਚਤੀਆਂ, ਹਵਾਈ ਅੱਡੇ ਵੇਚਤੇ, ਤੁਸੀਂ ਰੇਲਵੇ ਵੇਚਤੀ, ਤੁਸੀਂ ਹੋਰ ਮਹਿਕਮੇ LIC ਵੇਚਤੀ, ਤੁਸੀਂ BSNL ਵੇਚਣ ਜਾ ਰਹੇ ਹੋ, ਤੁਸੀਂ ਬਹੁਤ ਕੁਝ ਵੇਚਣ ਜਾ ਰਹੇ ਹੋ। ਇਹ ਵੇਚਣਾ ਬੰਦ ਕਰੋ। ਵਿਸ਼ਵ ਵਪਾਰ ਸੰਸਥਾ ਦੀਆਂ ਨੀਤੀਆਂ ਲਾਗੂ ਕਰਦੇ ਹੋ, ਇਹ ਠੀਕ ਨਹੀਂ ਹੈ। ਇਹ ਨਵੀਆਂ ਆਰਥਿਕ ਨੀਤੀਆਂ ਜਿਹੜੀਆਂ ਲੈ ਕੇ ਆ ਰਹੇ ਹੋ, ਇਹ ਕਿਸਾਨਾਂ ਦਾ, ਮਜ਼ਦੂਰਾਂ ਦਾ ਉਜਾੜਾ ਕਰਨਗੀਆਂ, ਬੇਰੁਜ਼ਗਾਰੀ ਵਧੂਗੀ,
GDP ਡਾਊਨ ਹੋਊਗੀ, ਇਸ ਕਰਕੇ ਤੋਂ ਬਾਹਰ ਆਓ। ਬੁਨਿਆਦੀ ਇਸ਼ੂਆਂ ਨੂੰ ਕਰੋ ਵੀ ਅਸੀਂ ਐਲਾਨ ਕਰੋ ਵੀ ਅਸੀਂ ਭਾਈ ਸਰਕਾਰੀ ਸਕੂਲ, ਸਰਕਾਰੀ ਵਿੱਦਿਆ ਸਿਹਤ ਸੇਵਾਵਾਂ ਸਰਕਾਰੀ ਰਹਿਣਗੀਆਂ, ਸਸਤੀਆਂ ਹੋਣਗੀਆਂ, ਫ੍ਰੀ ਹੋਣਗੀਆਂ, ਇਹ ਐਲਾਨ ਕਰੋ ਤਾਂ ਕਿ ਲੋਕਾਂ ਦਾ ਫਾਇਦਾ ਹੋਵੇ। ਕਰਜ਼ਾ ਮਾਫ ਕਰਕੇ ਹੁਣ ਕਰ ਗਏ ਤਾਂ ਫਿਰ ਚੜ੍ਹ ਜਾਣਾ ਕਰਜ਼ੇ ਨੇ ਤਾਂ ਚਲੋ ਠੀਕ ਹੈ, ਫੌਰੀ ਰਾਹਤ ਦੀ ਖਾਤਰ ਜੇ ਕਰਜ਼ਾ ਲਾਉਂਦਾ ਵੀ ਹੁੰਦਾ ਤਾਂ ਵੀ ਲੋਕਾਂ ਦਾ ਕੁਛ ਫਾਇਦਾ ਹੁੰਦਾ, ਪਰ ਇਹ ਮੁੜ ਕੇ ਨਾ ਚੜ੍ਹੇ, ਉਹੀ ਜਿਹੀ ਕੋਈ ਨੀਤੀ ਬਣਾਓ। ਪਰ ਇਲੈਕਸ਼ਨ ਸਿਰ ਦੇ ਉੱਪਰ ਆ, ਅਕਾਲੀ ਦਲ ਆਪਣੇ ਬਿਆਨਬਾਜ਼ੀ ਦੇ ਰਹੀ ਹੈ, ਆਮ ਆਦਮੀ ਪਾਰਟੀ ਉਹ ਕਹਿ ਰਹੀ ਹੈ ਕਿ ਅਸੀਂ ਆਪਣੇ ਤਰੀਕੇ ਦੇ ਨਾਲ ਮਹਿਲਾਵਾਂ ਨੂੰ ਕਿਹਾ ਜਾ ਰਿਹਾ ਕਿ 1000 ਰੁਪਇਆ ਜਿਹੜਾ ਮਹੀਨਾ ਦਿੱਤਾ ਜਾਏਗਾ, ਹਰ ਮਹਿਲਾ ਦੇ ਖਾਤੇ 'ਚ ਆਏਗਾ, ਬਿਜਲੀ ਸਸਤੀ ਕੀਤੀ ਜਾਏਗੀ, ਕੁਝ ਯੂਨਿਟਾਂ ਤੱਕ ਜਿਹੜੀਆਂ 100 ਯੂਨਿਟ ਤੱਕ ਬਿਜਲੀ ਜਿਹੜੀਆਂ ਮਾਫ ਵੀ ਕੀਤੀਆਂ ਜਾਣਗੀਆਂ। ਇਸ ਤਰ੍ਹਾਂ ਚੀਜ਼ਾਂ ਨੂੰ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਦੇ ਰੂਪ 'ਚ ਇੱਕ ਬਦਲਾਅ ਦੇਖਦੇ ਹੋ, ਜਾਂ ਤੁਹਾਨੂੰ ਉਹ ਵੀ ਇਸ ਤਰ੍ਹਾਂ ਲੱਗਦਾ? ਕਿਉਂਕਿ ਉਹ ਕਹਿ ਰਹੇ ਨੇ ਕਿ ਜਦੋਂ ਦਿੱਲੀ ਦਾ ਅੰਦੋਲਨ ਚੱਲਿਆ ਸੀ ਉਸ ਸਮੇਂ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹਾਂ, ਕਿਸਾਨਾਂ ਨੂੰ ਉੱਥੇ ਹਰ ਚੀਜ਼ ਉਹ ਮੁਹੱਈਆ ਕਰਵਾਈ ਜਿਸ ਚੀਜ਼ ਦੀ ਲੋੜ ਸੀ ਉੱਥੇ। ਦੇਖੋ, ਸ਼ੂਗਰ ਦੇ ਪੇਮੈਂਟ ਦੀ ਜ਼ਖਮਾਂ ਦੀ ਪੱਟੀ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਬਿਮਾਰੀ ਦਾ ਇਲਾਜ ਕਰੋ, ਸ਼ੂਗਰ ਨਿਲ ਕਰੋ, ਪਹਿਲਾਂ ਜ਼ਖਮ ਫਿਰ ਸੁੱਕੂਗਾ। ਵੱਡੀ ਬਿਮਾਰੀ ਹੈ, ਕਿਸਾਨੀ ਕਿੱਤੇ ਦੀ ਵੱਡੀ ਬਿਮਾਰੀ ਹੈ। ਛੋਟੀਆਂ ਛੋਟੀਆਂ ਰੈਤਾਂ ਦੇ ਕੇ, ਬੁਰਕੀਆਂ ਸਿੱਟ ਕੇ ਵੋਟਾਂ ਬਟੋਰਨ ਦੀ ਗੱਲ ਕਰਦੇ ਜਿਹੜੀ, ਇਹ ਠੀਕ ਨਹੀਂ। ਬੁਨਿਆਦੀ ਜਿਹੜੀ ਸਾਡਾ ਹੱਲ ਹੈ, ਬੁਨਿਆਦੀ ਹੱਲ ਉਹ ਦੂਰ ਕਰੋ। ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰ ਦਿਓ, 17.5 ਏਕੜ ਦਾ ਕਾਨੂੰਨ ਲਾਗੂ ਕਰ ਦਿਓ। ਇਹ ਜੇ ਨਹੀਂ ਕਰਦੇ ਤੁਸੀਂ, ਆ ਜਿਹੜੀ ਅਣਸਾਮੀ ਵੰਡ ਹੈ ਜ਼ਮੀਨਾਂ ਦੀ, ਕਿਸੇ ਕੋਲ 4 ਕਨਾਲ ਜ਼ਮੀਨ ਹੈ, ਕਿਸੇ ਕੋਲ 2 ਕਨਾਲ ਜ਼ਮੀਨ ਹੈ, ਕੋਈ 6 ਕਨਾਲ 'ਤੇ ਬੱਚੇ ਪਾਲਦਾ ਹੈ। ਤੁਸੀਂ ਦੇਖੋ ਵੀ ਕਿੰਨੀ ਪਰਸੈਂਟੇਜ ਬਣਦੀ ਹੈ। 2 ਕਨਾਲ ਮੈਨੂੰ ਲੱਗਦਾ 2 ਏਕੜ ਵਾਲੇ ਕਿਸਾਨਾਂ ਦੀ ਗਿਣਤੀ 70% ਦੇ ਨੇੜੇ ਬਣਦੀ ਹੈ ਇੱਥੇ। ਤੁਸੀਂ ਦੱਸੋ ਇਹਨਾਂ ਦਾ ਕੀ ਕਰਦੇ ਹੋ? ਕੋਈ ਬੁਨਿਆਦੀ ਇਸ਼ੂ ਨੂੰ ਤਾਂ ਛੂਹ ਲਓ। ਛੋਟੀਆਂ ਛੋਟੀਆਂ ਗੱਲਾਂ ਐਂ ਕਰ ਦਿਆਂਗੇ, ਇਹ ਕਰ ਦਾਂਗੇ, ਆਹ ਦੇ ਦਾਂਗੇ, ਆਹ ਦੇ ਦਾਂਗੇ, ਇਹ 1000 ਰੁਪਈਆ ਫਲਾਣਾ ਦੇ ਦਾਂਗੇ। ਕਿਹਨੇ ਮੰਗਿਆ 1000 ਰੁਪਈਆ? ਸਾਨੂੰ ਤੁਸੀਂ ਹੱਥਾਂ ਨੂੰ ਕੰਮ ਦਿਓ, ਸਾਨੂੰ ਫਰੀ ਦੇਣ ਦੀ ਕੋਈ ਲੋੜ ਹੀ ਨਹੀਂ ਚੀਜ਼। ਅਸੀਂ ਕਰ ਲਾਂਗੇ ਆਪਣੀ ਗੁਜ਼ਾਰਾ ਆਪਣੀ ਕਮਾਈ ਨਾਲ। ਪਾਰਟੀਆਂ ਦੇ ਫੋਨ ਆਉਂਦੇ ਨੇ ਵੀ ਸਾਡੇ ਮਦਦ ਲਈ ਖੜੇ ਜਾਓ ਜਾਂ ਸਾਡੀ ਇਸ ਤਰੀਕੇ ਨਾਲ ਮਦਦ ਕਰੋ, ਗੱਲਬਾਤ ਹੁੰਦੀ ਆ? ਹੁਣੀ ਅਮਰਿੰਦਰ ਦੇ ਦਫ਼ਤਰ ਤੋਂ ਫੋਨ ਆਇਆ ਸੀ, ਮੇਰੇ ਖਿਆਲ ਗੱਲ ਕਰਨੀ ਚਾਹੁੰਦਾ ਸੀ, ਨਹੀਂ ਹੋ ਸਕੀ। ਆਉਂਦੀ ਨੇ ਤਾਂ ਹੁਣ ਕਰਨਗੀ, ਸਾਰੀ ਕਰਨ। ਕਿਸ ਤਰ੍ਹਾਂ ਦੀ ਮਦਦ ਭਾਲਦੇ ਹੋਣਗੇ? ਸਾਡੇ ਕੋਲ ਹੈ ਹੀ ਨਹੀਂ ਮਦਦ, ਆਪਦੇ ਜੋਗੀ ਆ, ਅਸੀਂ ਦੂਜੇ ਨੂੰ ਕੀ ਦੇਵਾਂਗੇ? ਜਿਹੜਾ ਆਪ ਭੁੱਖਾ ਉਹ ਦੂਜੇ ਨੂੰ ਕੀ ਦੇ ਦੂ? ਅਗਰ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰੋਂ ਫੋਨ ਆਉਂਦਾ ਹੈ, ਉਹ ਤਾਂ ਭਾਜਪਾ ਦੇ ਖੇਮੇ 'ਚ ਜਾ ਪਹੁੰਚੇ ਨੇ। ਜੋਗਿੰਦਰ ਸਿੰਘ ਗੁਰਾਹਾਂ ਦਾ ਤਾਂ ਪਹਿਲਾਂ ਅਗਰ ਗੱਲਬਾਤ ਹੁੰਦੀ ਵੀ ਹੈ ਕੈਪਟਨ ਸਾਹਿਬ ਨਾਲ, ਤਾਂ ਪਹਿਲਾ ਸਵਾਲ ਹੀ ਕੀ ਹੁੰਦਾ? ਮੈਂ ਤਾਂ ਕਹੂੰਗਾ ਵੀ ਬਾਜ ਤੋਂ ਜਾ, ਉੱਥੇ ਬੜਾ ਇਤਿਹਾਸ ਨਹੀਂ ਸੀ। ਇਸ ਕਰਕੇ ਮੈਂ ਉਹਨੂੰ ਕਹੂੰਗਾ ਵੀ ਯਾਰ ਇਹਦਾ ਸਾਡਾ ਲਾਂਭਾ ਤੇਰੇ ਸਿਰ, ਤੂੰ ਮੌਜ ਨਾਲ, ਤੈਨੂੰ ਕੈਪਟਨ ਤੂੰ ਕੁਰਸੀ ਤੋਂ ਲਾਤਾ ਸੀ, ਤੂੰ ਘਰੇ ਬਹਿ ਜਾਂਦਾ, ਬਹੁਤ ਵਧੀਆ ਰਹਿੰਦਾ। ਹੁਣ ਵੀ ਚੰਗਾ ਤੂੰ ਅਸਤੀਫਾ ਦੇ ਕੇ ਸਿਆਸਤ ਤੂੰ ਘਰੇ ਬਹਿ ਜਾ, ਤੇਰਾ ਮਾਣ ਸਤਿਕਾਰ ਵੱਧ ਜੂਗਾ। ਅਤੇ ਨਹੀਂ ਫਿਰ ਅਗਲਾ ਆਪਦੀ ਪੜ੍ਹੀ ਵਿਚਾਰੇ। ਬਿਲਕੁਲ। ਇਹ ਸਨ ਜੋਗਿੰਦਰ ਸਿੰਘ ਗੁਰਾਹਾਂ, ਜਿਨ੍ਹਾਂ ਦੇ ਨਾਲ ਵਿਸਤਾਰ ਦੇ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਅਗਰ ਕਿਸਾਨ ਇੱਕ ਧਿਰ ਬਣ ਕੇ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਪੰਜਾਬ ਦੇ ਲੋਕਾਂ ਦਾ ਕੁਝ ਬਦਲਣ ਵਾਲਾ ਨਹੀਂ ਹੈਗਾ, ਕਿਉਂਕਿ ਜਿਹੜਾ ਸਿਸਟਮ ਹੈ ਜਿਸ ਤਰੀਕੇ ਨਾਲ ਚੱਲਦਾ ਉਸ ਤਰੀਕੇ ਨਾਲ ਲੋਕਾਂ ਦਾ ਭਲਾ ਨਹੀਂ ਹੋਏਗਾ। ਸੱਤਾ ਤੋਂ ਬਾਹਰ ਰਹਿ ਕੇ ਹੀ ਜਿਹੜੀ ਲੜਾਈ ਹੈ ਉਹ ਲੜੀ ਜਾ ਸਕਦੀ ਹੈ। ਕਿ ਇਸ ਤਰ੍ਹਾਂ ਦੀਆਂ ਕਈ ਮੰਗਾਂ ਨੇ ਜਿਹੜੀਆਂ ਤੁਸੀਂ ਬਾਹਰ ਰਹਿ ਕੇ ਹੀ ਮਨਾ ਸਕਦੇ ਹੋ, ਕਿਉਂਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਚਲੇ ਜਾਂਦੇ ਹੋ ਤਾਂ ਜੋ ਪਹਿਲਾਂ ਜਿੰਨੀਆਂ ਸਰਕਾਰਾਂ ਸਮੇਂ ਦੀਆਂ ਰਹੀਆਂ, ਜੋ ਹਾਲ ਉਹਨਾਂ ਦਾ ਉਸ ਤਰ੍ਹਾਂ ਦਾ ਉਹਨਾਂ ਦਾ ਹੋਏਗਾ। ਤਾਂ ਸਾਫ਼ ਤੌਰ 'ਤੇ ਉਹਨਾਂ ਨੇ ਜਿਹੜੀ ਕਿ ਨਵੀਂ ਕਿਸਾਨਾਂ ਦਾ ਸੰਗਠਨ ਬਣਿਆ ਹੈਗਾ, ਜਿਹੜਾ ਨਵੀਂ ਰਾਜਨੀਤਿਕ ਪਾਰਟੀ ਬਣਿਆ, ਉਸ ਨੂੰ ਵੀ ਐਲਾਨ ਕੀਤਾ ਅਗਰ ਵਧੀਆ ਕੰਮ ਕਰਨਗੇ ਤਾਂ ਠੀਕ ਹੈ, ਨਹੀਂ ਤਾਂ ਫਿਰ ਉਹਨਾਂ ਦੇ ਖਿਲਾਫ ਵੀ ਜਿਹੜਾ ਇਸ ਤਰ੍ਹਾਂ ਝੰਡਾ ਮੁਰਦਾਬਾਦ ਦੇ ਨਾਅਰੇ ਜਿਹੜੇ ਲੱਗਣੇ ਸ਼ੁਰੂ ਹੋਣਗੇ। ਬਲਵੰਤ ਸਿੰਘ ਵਿੱਕੀ, ਪੰਜਾਬ ਤੱਕ, ਸੰਗਰੂਰ।